ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੀਆਂ ਭੈਣਾਂ ਔਰ ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਬਾਬਾ ਫਰੀਦ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਪਰਸਪਰ ਸਾਂਝੀ ਕਰ ਰਹੇ ਹਾਂ ਔਰ ਗੁਰਬਾਣੀ ਰਾਹੀਂ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਹਾਂ ਕਿ ਕਿਵੇਂ ਇਸ ਜੀਵਨ ਨੂੰ ਸੁਖੀ ਕੀਤਾ ਜਾਏ, ਕਿਵੇਂ ਜੀਵਨ ਸਫਲ ਹੋਵੇ, ਸਾਡੇ ਜੀਵਨ ਦਾ ਗੋਲ ਕੀ ਹੋਏ ਔਰ ਕਿਵੇਂ ਅਸੀਂ ਜੀਵਨ ਮੁਕਤੀ ਦਾ ਆਨੰਦ ਮਾਣ ਸਕੀਏ। ਅੱਜ ਬਾਬਾ ਫਰੀਦ ਜੀ ਦੇ 19 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 1378 ਤੇ ਅੰਕਿਤ ਹੈ। ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜਹਿ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਫਰੀਦਾ ਜੰਗਲ ਜੰਗਲ ਕਿਆ ਪਵਹਿ, ਵਣ ਕੰਡਾ ਮੋੜਹਿ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਵਣ ਕੰਡਾ, ਵਣ ਦਾ ਮਤਲਬ ਜੰਗਲ, ਕੰਡਾ ਦਾ ਮਤਲਬ ਕੰਡੇ, ਮੋੜਹਿ ਦਾ ਮਤਲਬ ਤੂੰ ਮੋੜਦਾ ਹੈ ਯਾਨੀ ਲਤਾੜਦਾ ਫਿਰਦਾ ਹੈ। ਭਵੇਂ ਦਾ ਮਤਲਬ ਫਿਰ ਰਿਹਾ ਹੈ, ਫਿਰਦਾ ਹੈ। ਜੰਗਲ ਜੰਗਲ ਦਾ ਮਤਲਬ ਹਰ ਇੱਕ ਜੰਗਲ ਵਿੱਚ ਕਿਆ ਭਵੇਂ, ਕਿਉਂ ਪਾਉਂਦਾ ਹੈ, ਯਾਨੀ ਜੰਗਲਾਂ ਵਿੱਚ ਪਾਉਣ ਦਾ ਕੋਈ ਲਾਭ ਨਹੀਂ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਹਰੇਕ ਜੰਗਲ ਨੂੰ ਗਾਹਣ ਦਾ ਕੀ ਲਾਭ ਹੈ। ਜੰਗਲ ਵਿੱਚ ਕੰਡੇ ਕਿਉਂ ਲਤਾੜਦਾ ਫਿਰਦਾ ਹੈ, ਕਿਉਂ ਜੰਗਲਾਂ ਦੇ ਅੰਦਰ ਜਾ ਕੇ ਕੰਡੇ ਚਬੂੰਦਾ ਫਿਰਦਾ ਹੈ ਪੈਰਾਂ ਵਿੱਚ। ਵਸੀ ਰੱਬ ਹਿਆਲੀਏ, ਵਸੀ ਦਾ ਮਤਲਬ ਵਸਦਾ ਹੈ, ਹਿਆਲੀਏ ਦਾ ਮਤਲਬ ਹਿਰਦੇ ਵਿੱਚ ਤੇਰੇ ਅੰਦਰ। ਕਿਆ ਢੂੰਡੇ ਹੈ, ਢੂੰਡੇ ਦਾ ਮਤਲਬ ਲੱਭਣਾ, ਭਾਲਣਾ, ਲੱਭਣ ਦਾ ਕੀ ਲਾਭ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਰੱਬ ਤਾਂ ਤੇਰੇ ਅੰਦਰ ਵਸਦਾ ਹੈ, ਜੰਗਲਾਂ ਨੂੰ ਪਾਲਣ ਦਾ ਕੀ ਲਾਭ ਹੈ, ਜੰਗਲਾਂ ਵਿੱਚ ਢੂੰਡਣ ਦਾ ਲਾਭ ਕੀ ਹੈ, ਜੰਗਲਾਂ ਜੰਗਲਾਂ ਵਿੱਚ ਫਿਰਨ ਦਾ ਕੀ ਲਾਭ ਹੈ, ਕੀ ਤੁਕ ਹੈ, ਕੋਈ ਤੁਕ ਨਹੀਂ ਹੈ, ਕੋਈ ਲਾਭ ਨਹੀਂ ਹੈ। ਰੱਬ ਤਾਂ ਹਰ ਇੱਕ ਦੇ ਅੰਦਰ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਤੁਸੀਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਜਾਂ ਬਾਬਾ ਫਰੀਦ ਜੀ ਦੇ ਆਗਮਨ ਤੋਂ ਪਹਿਲਾਂ ਜਾਂ ਉਸ ਸਮੇਂ ਵੀ ਵੇਖੋਗੇ ਤਾਂ ਤੁਹਾਨੂੰ ਕਿੰਨੇ ਸਾਰੇ ਤਿਆਗੀ ਲੋਕ ਨਜ਼ਰੀ ਪੈਣਗੇ ਜਿਨ੍ਹਾਂ ਨੇ ਗ੍ਰਸਤ ਨੂੰ ਤਿਆਗਿਆ ਹੈ ਔਰ ਉਹ ਬਾਬੇ ਬਣ ਕੇ ਜੰਗਲਾਂ ਆਦਿਕ ਦੇ ਵਿੱਚ ਵਿਚਰ ਰਹੇ ਸਨ। ਕੋਈ ਜੋਗੀ ਸਨ, ਹੋਰ ਸੰਨਿਆਸੀ ਤਿਆਗੀ ਸਨ। ਤਾਂ ਬਾਬਾ ਫਰੀਦ ਜੀ ਉਹਨਾਂ ਨੂੰ ਸਮਝਾ ਰਹੇ ਨੇ ਵੀ ਜੰਗਲਾਂ ਵਿੱਚ ਜਾਣ ਦਾ ਕੀ ਲਾਭ ਹੈ। ਇੱਥੇ ਐਵੇਂ ਤੁਸੀਂ ਕੰਡੇ ਚਬਾਉਂਦੇ ਫਿਰਦੇ ਹੋ, ਰੱਬ ਤਾਂ ਅੰਦਰ ਹੈ ਔਰ ਹਰ ਇਨਸਾਨ ਦੇ ਅੰਦਰ ਹੈ। ਤੇ ਕਿਵੇਂ ਇਹ ਗੱਲਾਂ ਅਸੀਂ ਸਾਰੇ ਵਿਚਾਰ ਚੁੱਕੇ ਹਾਂ ਕਿ ਸਾਡੇ ਹਰ ਇੱਕ ਦੇ ਅੰਦਰ ਰੱਬੀ ਗੁਣ ਮੌਜੂਦ ਨੇ। ਸਤ, ਸੰਤੋਖ, ਦਇਆ, ਧਰਮ ਆਦਿ ਕੇ ਗੁਣ ਹਰ ਇੱਕ ਦੇ ਅੰਦਰ ਮੌਜੂਦ ਨੇ, ਹਰ ਵੇਲੇ ਮੌਜੂਦ ਨੇ। ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਵੇਖਣਾ ਹੀ ਰੱਬ ਨੂੰ ਵੇਖਣਾ, ਇਹਨਾਂ ਗੁਣਾਂ ਦੇ ਨਾਲ ਸਾਂਝ ਪਾ ਲੈਣੀ ਹੀ ਰੱਬ ਦੇ ਨਾਲ ਸਾਂਝ ਪਾ ਲੈਣੀ। ਬੰਦੇ ਨੇ ਇਹ ਸਮਝ ਲਿਆ ਕਿ ਰੱਬ ਇਸ ਦੁਨੀਆ ਤੋਂ ਵੱਖਰਾ ਕਿਤੇ ਆਕਾਸ਼ ਵਿੱਚ ਬੈਠਾ ਹੈ, ਚਾਹੇ ਜੰਨਤ ਵਿੱਚ, ਚਾਹੇ ਸਵਰਗ ਵਿੱਚ ਜਾਂ ਬੈਕੁੰਠ ਵਿੱਚ। ਤੇ ਜਿਵੇਂ ਅੱਜ ਕੱਲ ਸਿੱਖ ਵੀਰ ਵੀ ਕਹਿੰਦੇ ਨੇ ਵੀ ਉੱਤੇ ਸੱਚਖੰਡ, ਉੱਥੇ ਰੱਬ। ਹੁਣ ਜਿਹੜਾ ਇਸ ਦੁਨੀਆ ਤੋਂ ਵੱਖਰਾ ਰੱਬ ਮੰਨਿਆ ਗਿਆ, ਗੁਰਬਾਣੀ ਐਸੇ ਵੱਖਰੇ ਰੱਬ ਨੂੰ ਨਹੀਂ ਮੰਨਦੀ। ਗੁਰਬਾਣੀ ਤਾਂ ਸਰਬ ਵਿਆਪਕ ਨੂੰ ਮੰਨ ਰਹੀ ਹੈ। ਇੱਕ ਓੰਕਾਰ ਜਾਂ ਘਟ ਘਟ ਮੈਂ ਹਰਦੂ ਬਸੈ, ਜਲ ਥਲ ਮਹੀਲ ਪੂਰਿਆ, ਜਾਂ ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਗੁਰਬਾਣੀ ਤਾਂ ਉਸ ਰੱਬ ਨੂੰ ਮੰਨਦੀ ਹੈ। ਤੇ ਜਿਹੜਾ ਇਸ ਸੰਸਾਰ ਤੋਂ ਵੱਖਰਾ ਇੱਕ ਰੱਬ ਮੰਨਿਆ, ਉਹਨੂੰ ਪਾਉਣ ਵਾਸਤੇ ਲੋਕ ਜੰਗਲਾਂ ਵਿੱਚ ਜਾ ਰਹੇ ਨੇ, ਤਪੱਸਿਆ ਕਰ ਰਹੇ ਨੇ, ਸਮਾਧੀਆਂ ਲਾ ਰਹੇ ਨੇ, ਦਸਮ ਦੁਆਰ ਵਿੱਚ ਪ੍ਰਾਣ ਚੜਾ ਰਹੇ ਨੇ ਕਿ ਜਦੋਂ ਅਸੀਂ ਐਵੇਂ ਤਪੱਸਿਆ ਕਰਾਂਗੇ ਤੇ ਉਹ ਜਿਹੜਾ ਉਤਲਾ ਬੈਠਾ ਹੋਇਆ ਰੱਬ ਹੈ ਉਹ ਸਾਡੇ ਸਾਹਮਣੇ ਪ੍ਰਗਟ ਹੋਏਗਾ। ਇਹ ਬਹੁਤੀਆਂ ਗੱਲਾਂ ਤੰਤਰ ਸ਼ਾਸਤਰ ਦੇ ਵਿੱਚੋਂ ਆਈਆਂ ਨੇ ਕਿ ਇਸ ਮੰਤਰ ਨੂੰ ਐਨੀ ਵਾਰੀ ਪੜੋਗੇ ਇਸ ਦਿਸ਼ਾ ਵੱਲ ਮੂੰਹ ਕਰਕੇ ਤੇ ਇਹ ਦੇਵਤਾ ਖੁਸ਼ ਹੋਏਗਾ, ਫਿਰ ਉਹ ਤੁਹਾਡੇ ਸਾਹਮਣੇ ਪ੍ਰਗਟ ਹੋਏਗਾ, ਫਿਰ ਉਹਦੇ ਤੋਂ ਤੁਸੀਂ ਕੁਛ ਮੰਗ ਲਓਗੇ। ਜਿਵੇਂ ਜੇ ਵਿਦਿਆ ਦੀ ਲੋੜ ਹੈ ਤਾਂ ਫਿਰ ਤੁਸੀਂ ਸਮਾਧੀਆਂ ਲਾਓ, ਪੂਜਾ ਕਰੋ ਸਰਸਵਤੀ ਦੀ।
ਸਰਸਵਤੀ ਖੁਸ਼ ਹੋ ਕੇ ਤੁਹਾਡੀ ਪੂਜਾ ਤੋਂ ਪ੍ਰਸੰਨ ਹੋਵੇ ਤੇ ਉਹਨੂੰ ਕਹੋ ਮੈਨੂੰ ਵਿਦਿਆ ਦੀ ਦਾਤ ਤੇ, ਤਾਂ ਤੁਹਾਨੂੰ ਵਿਦਿਆ ਦੀ ਦਾਤ ਮਿਲ ਜਾਏਗੀ। ਹੁਣ ਦੇਖੋ, ਇਹ ਇੱਕ ਮਨੌਤ ਹੈ, ਸਿਰਫ ਤੰਤਰ ਸ਼ਾਸਤਰ ਆਦਿਕ ਵਿੱਚੋਂ ਆਈ ਹੈ। ਵਿਦਿਆ ਤਾਂ ਡਾਇਰੈਕਟ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਪੁਸਤਕਾਂ ਪੜ੍ਹੋਗੇ, ਮਿਹਨਤ ਕਰੋਗੇ ਤਾਂ ਹੀ ਆਏਗੀ ਨਾ। ਤਾਂ ਇਸ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਨੇ, ਜੰਗਲਾਂ ਵਿੱਚ ਪਾਉਣ ਦਾ ਕੋਈ ਲਾਭ ਨਹੀਂ ਹੈ, ਰੱਬ ਹਰ ਇਨਸਾਨ ਦੇ ਅੰਦਰ ਵਸਦਾ ਹੈ। ਤਾਂ ਇੱਥੇ ਦੋ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਕਿ ਰੱਬ ਸਰਬ ਵਿਆਪਕ ਹੈ, ਉਹ ਸਾਰਿਆਂ ਦੇ ਅੰਦਰ ਵਸਦਾ ਹੈ। ਰੱਬ ਗਵਾਚਿਆ ਹੋਇਆ ਨਹੀਂ ਜਿਹਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਜਾਣਾ ਹੈ। ਹੁਣ ਆਮ ਲੋਕ ਸਵਾਲ ਕਰਦੇ ਨੇ ਕਿ ਰੱਬ ਨੂੰ ਕਿਵੇਂ ਮਿਲੀਏ, ਰੱਬ ਨੂੰ ਕਿਵੇਂ ਪਾਈਏ, ਰੱਬ ਨੂੰ ਕਿਵੇਂ ਮਿਲੀਏ, ਰੱਬ ਨੂੰ ਮਿਲਣ ਦਾ ਕੋਈ ਰਾਹ ਦੱਸੋ। ਤੇ ਕਿੰਨੇ ਸਾਰੇ ਲੋਕ ਰੱਬ ਨੂੰ ਮਿਲਣ ਦਾ ਰਾਹ ਦੱਸ ਰਹੇ ਨੇ ਕਿ ਆ ਸਾਡਾ ਰਾਸਤਾ ਚੰਗਾ ਹੈ, ਸਾਡੇ ਡੇਰੇ ਦੀ ਮਰਿਆਦਾ ਅਪਣਾਓਗੇ ਤਾਂ ਰੱਬ ਨੂੰ ਮਿਲ ਜਾਓਗੇ, ਸਾਡੇ ਬਾਬੇ ਦੀ ਗੱਲ ਨੂੰ ਮੰਨੋਗੇ ਤੇ ਰੱਬ ਨੂੰ ਮਿਲ ਜਾਓਗੇ। ਕਿੰਨੇ ਰੱਬ ਨੂੰ ਮਿਲਣ ਦੇ ਸਾਧਨ ਦੱਸੇ ਜਾ ਰਹੇ ਨੇ। ਅਸਲ ਦੇ ਅੰਦਰ ਰੱਬ ਨੂੰ ਕਿਵੇਂ ਮਿਲੀਏ, ਇਹ ਸਵਾਲ ਹੀ ਗਲਤ ਹੈ। ਸਵਾਲ ਇਹ ਹੈ ਕਿ ਰੱਬ ਤੋਂ ਵਿਛੜੀਏ ਕਿਵੇਂ, ਰੱਬ ਤੋਂ ਦੂਰ ਕਿਵੇਂ ਜਾਈਏ। ਕੋਈ ਐਸੀ ਜਗ੍ਹਾ ਦੱਸ ਸਕਦੇ ਹੋ ਜਿੱਥੇ ਰੱਬ ਨਾ ਹੋਵੇ? ਕਿ ਮੈਂ ਪਾਕਿਸਤਾਨ ਚਲਾ ਜਾਵਾਂ, ਉੱਥੇ ਰੱਬ ਨਹੀਂ ਹੈ, ਹਿੰਦੁਸਤਾਨ ਚਲਾ ਜਾਵਾਂ ਰੱਬ ਨਹੀਂ ਹੈ, ਅਮਰੀਕਾ ਨਹੀਂ ਹੈ, ਰਸ਼ੀਆ ਨਹੀਂ ਹੈ, ਹਿਮਾਲय ਤੇ ਨਹੀਂ ਹੈ, ਜਾਂ ਕਿਤੇ ਨਹੀਂ ਹੈ। ਕੋਈ ਐਸੀ ਥਾਂ ਹੈ ਜਿੱਥੇ ਰੱਬ ਨਹੀਂ? ਤਾਂ ਰੱਬ ਤਾਂ ਸਰਬ ਵਿਆਪਕ ਹੈ। ਇਸ ਲਈ ਰੱਬ ਨਹੀਂ ਗਵਾਚਿਆ ਹੋਇਆ, ਅਸਲ ਵਿੱਚ ਗਵਾਚਿਆ ਬੰਦਾ ਆਪ ਹੋਇਆ ਹੈ। ਰੱਬ ਨਹੀਂ ਗਵਾਚਿਆ, ਬੰਦੇ ਤੋਂ ਇਨਸਾਨੀਅਤ ਗਵਾਚੀ ਹੈ, ਸੱਚ ਗਵਾਚਿਆ ਹੈ, ਦਇਆ ਗਵਾਚੀ ਹੈ, ਪ੍ਰੇਮ ਗਵਾਚਿਆ ਹੈ, ਨਿਰਭੈਤਾ ਗਵਾਚੀ ਹੈ, ਨਿਰਵੈਰਤਾ ਗਵਾਚੀ ਹੈ, ਜ਼ਮੀਰ ਗਵਾਚੀ ਹੈ। ਇਹੀ ਰੱਬ ਦੇ ਗੁਣ ਸਨ। ਗਵਾਚਿਆ ਬੰਦਾ ਆਪ ਹੋਇਆ ਹੈ, ਲੱਭਦਾ ਰੱਬ ਨੂੰ ਫਿਰਦਾ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਪ੍ਰਭੂ ਸਰਬ ਵਿਆਪਕ ਹੈ, ਉਹਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਉਹਨੂੰ ਆਪਣੇ ਅੰਦਰੋਂ ਲੱਭ, ਆਪਣੇ ਅੰਦਰੋਂ ਵੇਖ। ਜਦ ਆਪਣੇ ਅੰਦਰ ਝਾਤ ਮਾਰੇਗਾ ਨਾ, ਤਾਂ ਤੇਰੇ ਅੰਦਰ ਹੀ ਰੱਬ ਵੀ, ਤੇਰੇ ਅੰਦਰ ਰਾਖਸ਼ ਵੀ, ਜਿਹਨੂੰ ਮਰਜ਼ੀ ਪ੍ਰਗਟ ਕਰ ਲੈ। ਦੋਵੇਂ ਚੀਜ਼ਾਂ ਤੇਰੇ ਅੰਦਰ ਨੇ। ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹੈਵਾਨੀਅਤ ਨੂੰ ਪ੍ਰਗਟ ਕਰੋ ਤੇ ਅੰਦਰੋਂ ਹੈਵਾਨੀਅਤ ਪ੍ਰਗਟ ਹੋ ਜਾਏਗੀ। ਤੇ ਜੇ ਅੰਦਰੋਂ ਇਨਸਾਨੀਅਤ ਨੂੰ ਪ੍ਰਗਟ ਕਰੋ ਤਾਂ ਇਨਸਾਨੀਅਤ ਪੈਦਾ ਹੋ ਜਾਏਗੀ। ਤਾਂ ਸ਼ੁਭ ਗੁਣ ਜਿਹੜੇ ਨੇ ਉਹ ਹਰ ਇਨਸਾਨ ਦੇ ਅੰਦਰ ਨੇ। ਉਹਨਾਂ ਸ਼ੁਭ ਗੁਣਾਂ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਹੈ। ਉਹਨਾਂ ਸ਼ੁਭ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈਣਾ ਹੀ ਰੱਬ ਵਿੱਚ ਆਪਣੀ ਸੁਰਤ ਨੂੰ ਜੋੜ ਲੈਣਾ ਹੈ। ਇਹਨਾਂ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ, ਬੰਦਾ ਰੱਬ ਵਰਗਾ ਹੋ ਜਾਂਦਾ ਹੈ। ਤਾਂ ਪਹਿਲੀ ਗੱਲ, ਰੱਬ ਸਰਬ ਵਿਆਪਕ ਹੈ, ਸਭ ਦੇ ਅੰਦਰ ਮੌਜੂਦ ਹੈ। ਪੋਸੀਬਿਲਿਟੀ ਹੈ ਹਰ ਇਨਸਾਨ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਤੇ ਦੂਜੀ ਗੱਲ, ਜੰਗਲਾਂ ਦੇ ਅੰਦਰ ਜਾਣਾ, ਤਿਆਗ ਕਰਨਾ ਜਾਂ ਐਸੇ ਕਰਮ ਬਿਲਕੁਲ ਵਿਅਰਥ ਔਰ ਬੇਕਾਰ ਨੇ। ਉਸ ਟਾਈਮ 'ਚ ਲੋਕ ਜੰਗਲਾਂ ਦੇ ਵਿੱਚ ਵਿਚਰਦੇ ਸਨ ਤੇ ਅੱਜ ਕੱਲ ਉਹਨਾਂ ਲੋਕਾਂ ਨੇ ਆਪਣੇ ਡੇਰੇ ਬਣਾ ਲਏ ਨੇ, ਆਪਣੇ ਅਸਥਾਨ ਬਣਾ ਲਏ ਨੇ। ਕੰਮ ਉਹੀ ਹੈ, ਵਹਿਮ ਉਹੀ ਹੈ, ਪਖੰਡ ਉਹੀ ਹੈ, ਸਿਰਫ ਰੂਪ ਬਦਲਿਆ ਹੈ। ਤਾਂ ਇਸ ਲਈ ਸਾਨੂੰ ਇਥੋਂ ਜੋ ਜੀਵਨ ਲਈ ਚੀਜ਼ ਮਿਲ ਰਹੀ ਹੈ ਉਹ ਇਹ ਮਿਲ ਰਹੀ ਹੈ ਕਿ ਰੱਬ ਨੂੰ ਲੱਭਣ ਲਈ ਬਾਹਰ ਜਾਣ ਦੀ ਲੋੜ ਨਹੀਂ। ਹਰ ਇਨਸਾਨ ਦੇ ਅੰਦਰ ਇੱਕੋ ਹੀ ਜਿਹੜਾ ਹੈ ਰੱਬ ਵਸ ਰਿਹਾ ਹੈ, ਸਰਵ ਵਿਆਪਕ ਹੈ। ਉਹ ਗੁਣ ਸਰੂਪ ਹੈ, ਗੁਣ ਸਰੂਪ ਕਰਕੇ ਹਰ ਇੱਕ ਦੇ ਅੰਦਰ ਹੈ। ਉਹਨਾਂ ਗੁਣਾਂ ਨੂੰ ਪਾ ਲੈਣਾ ਹੀ ਪ੍ਰਭੂ ਨੂੰ ਪਾ ਲੈਣਾ ਹੈ। ਅਗਲਾ ਵਚਨ ਕਰਦੇ ਨੇ, ਫਰੀਦਾ ਇੰਨੀ ਨਿੱਕੀ ਜੰਗੀ ਹੈ। ਇਹਨੂੰ ਨਿੱਕੀ ਨਹੀਂ ਪੜਨਾ, ਨਿੱਕੀ ਨਹੀਂ, ਕੱਕੇ ਦੀ ਬਿਹਾਰੀ ਨਾਲ ਬਿੰਦੀ ਲਾਵਾਂਗੇ ਨਿੱਕੀ। ਜੇ ਅਸੀਂ ਪੜਾਂਗੇ ਨਾ ਨਿੱਕੀ, ਤਾਂ ਇਹਦਾ ਅਰਥ ਹੋ ਜਾਏਗਾ ਇੱਕ ਨਿੱਕੀ ਜੀ ਕੋਈ ਚੀਜ਼। ਪਰ ਨਿੱਕੀ ਜਦੋਂ ਪੜਾਂਗੇ ਤਾਂ ਇਹ ਬਹੁਵਚਨੀ ਬਣ ਜਾਏਗਾ, ਨਿੱਕੀਆਂ। ਜੰਘੀਏ ਦਾ ਮਤਲਬ ਲੱਤਾਂ। ਇੰਨੀ ਨਿੱਕੀ ਜੰਘੀ ਹੈ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ। ਠਲ ਡੂੰਗਰ ਭਵਿਓਮ, ਡੂੰਗਰ ਦਾ ਮਤਲਬ ਪਹਾੜ, ਭਵਿਓਮ ਦਾ ਮਤਲਬ ਮੈਂ ਫਿਰਿਆ, ਮੈਂ ਲੱਭਿਆ, ਭਾਲਿਆ, ਫਿਰਦਾ ਰਿਹਾ ਮੈਂ। ਅੱਜ ਫਰੀਦਾ ਕੂਜੜਾ, ਸਹਿ ਕੋਹਾਂ ਥਿਓਮ। ਥਿਓਮ ਦਾ ਮਤਲਬ ਹੋ ਗਿਆ, ਕੂਜੜਾ ਦਾ ਮਤਲਬ ਨਿੱਕਾ ਜਿਹਾ ਲੋਟਾ, ਅੱਜ ਦਾ ਮਤਲਬ ਬੁਢੇਪੇ ਵਿੱਚ। ਤਾਂ ਇਸ ਪਾਵਨ ਸ਼ਲੋਕ ਦਾ ਜੋ ਅਰਥ ਹੈ
ਉਹ ਵਿਦਵਾਨ ਪੁਰਸ਼ਾਂ ਨੇ ਐਵੇਂ ਕੀਤਾ ਹੈ ਕਿ ਹੇ ਫਰੀਦਾ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਜਵਾਨੀ ਵੇਲੇ ਮੈਂ ਥਲ ਪਹਾੜ ਗਾਹ ਆਉਂਦਾ ਰਿਹਾ, ਪਰ ਅੱਜ ਬੁਢੇਪੇ ਵਿੱਚ ਮੈਨੂੰ ਫਰੀਦ ਨੂੰ ਇਹ ਰਤਾਂ ਪਰੇ ਪਿਆ ਲੋਟਾ ਵੀ ਸਹਿ ਕੁਹਾਂ ਤੇ ਹੋ ਗਿਆ ਹੈ। ਯਾਨੀ ਨੇੜੇ ਪਈ ਗੜਵੀ ਵੀ ਮੈਂ ਫੜ ਨਹੀਂ ਸਕਦਾ। ਅਰਥ ਇਹ ਕੀਤਾ ਗਿਆ ਹੈ। ਪਰ ਹੁਣ ਇਹ ਹਰ ਬਜ਼ੁਰਗ ਦੇ ਉੱਤੇ ਲਾਗੂ ਤਾਂ ਨਹੀਂ ਹੁੰਦਾ। ਹੋ ਸਕਦਾ ਹੈ ਕਿ ਕੋਈ ਬਿਮਾਰ ਬੰਦਾ ਜਵਾਨ ਵੀ ਹੋਵੇ ਤਾਂ ਉਹਦੇ ਨਜ਼ਦੀਕ ਵੀ ਜੇ ਲੋਟਾ ਪਿਆ ਹੋਵੇ ਤੇ ਉਹ ਵੀ ਨਹੀਂ ਫੜ ਸਕਦਾ। ਤੇ ਸਾਰੇ ਬਜ਼ੁਰਗਾਂ ਤੇ ਐਸੀ ਕੰਡੀਸ਼ਨ ਨਹੀਂ ਆਉਂਦੀ। ਤਾਂ ਇਸ ਪਾਵਨ ਸ਼ਲੋਕ ਦਾ ਅਰਥ ਜੋ ਮੇਰੀ ਸਮਝ ਵਿੱਚ ਪਿਆ ਹੈ ਉਹ ਮੈਂ ਆਪ ਦੇ ਨਾਲ ਸਾਂਝਾ ਕਰਨਾ ਚਾਹਾਂਗਾ। ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓ, ਕਿ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਭਾਵ ਜੀਵਨ ਦੇ ਹੁੰਦਿਆਂ ਥਲ ਡੂੰਗਰ, ਪਰਬਤ, ਪਹਾੜ ਔਰ ਆਮ ਜੋ ਸੰਸਾਰ ਹੈ ਇਹਨੂੰ ਮੈਂ ਗਾਇਆ। ਮੈਦਾਨੀ ਇਲਾਕੇ, ਉੱਚੇ ਇਲਾਕੇ, ਯਾਨੀ ਮੈਂ ਉੱਚੇ ਨੀਵੇਂ ਥਾਵਾਂ ਤੇ ਭਵਿਆ। ਭਾਵ ਕਿ ਸਾਰਾ ਜੀਵਨ ਬੰਨ ਉਠਾਈ ਪੋਟਲੀ, ਸਿਰ ਤੇ ਦੁਨੀਆਦਾਰੀ ਵਾਲੀ ਪੋਟਲੀ ਬੰਨ ਕੇ, ਰੱਬੀ ਗੁਣਾਂ ਨੂੰ ਭੁਲਾ ਕੇ, ਸੱਚ ਨਾਲੋਂ ਟੁੱਟ ਕੇ, ਭਾਵੇਂ ਓਮ ਦਾ ਮਤਲਬ ਮੈਂ ਉੱਚੇ ਨੀਵੇਂ ਥਾਂ ਪਾਉਂਦਾ ਰਿਹਾ, ਯਾਨੀ ਮੇਰੀ ਜ਼ਿੰਦਗੀ ਦੇ ਅੰਦਰ ਊਚ ਨੀਚ, ਮੇਰ ਤੇਰ ਦੇ ਵਿਤਕਰੇ ਰਹੇ, ਵਿਕਾਰ ਕਮਾਏ, ਪਾਪ ਕਮਾਏ। ਇੱਥੇ ਉੱਤਮ ਪੁਰਖ ਰਾਹੀਂ ਉਪਦੇਸ਼ ਦੇ ਰਹੇ ਨੇ, ਕਿਉਂਕਿ ਉਪਦੇਸ਼ ਕਰਨ ਦੇ ਤਿੰਨ ਢੰਗ ਨੇ: ਉੱਤਮ ਪੁਰਖ ਰਾਹੀਂ, ਮੱਧਮ ਪੁਰਖ ਰਾਹੀਂ ਔਰ ਅਨ ਪੁਰਖ ਰਾਹੀਂ, ਯਾਨੀ ਫਸਟ ਪਰਸਨ, ਸੈਕੰਡ ਪਰਸਨ ਔਰ ਥਰਡ ਪਰਸਨ ਰਾਹੀਂ। ਫਸਟ ਪਰਸਨ ਦਾ ਮਤਲਬ ਹੁੰਦਾ ਹੈ ਆਪਣਾ ਨਾਮ ਲੈ ਕੇ ਗੱਲ ਕਰਨੀ ਤੇ ਉਪਦੇਸ਼ ਦੂਜਿਆਂ ਨੂੰ ਸਾਂਝਾ ਕਰਨਾ। ਜਿਵੇਂ ਪਿਆਸ ਦੀ ਗੱਲ ਕਰੀਏ ਕਿ ਪਿਆਸ ਬੁਝਦੀ ਹੈ ਪਾਣੀ ਪੀਣ ਨਾਲ, ਤੇ ਮੈਂ ਕਹਾਂ ਵੀ ਸੱਜਣੋ ਮੈਂ ਪਾਣੀ ਪੀਂਦਾ ਹਾਂ ਤਾਂ ਪਿਆਸ ਬੁਝ ਜਾਂਦੀ ਹੈ। ਹੁਣ ਮੈਂ ਪਾਣੀ ਪੀਂਦਾ ਹਾਂ, ਪਿਆਸ ਬੁਝ ਜਾਂਦੀ ਹੈ, ਇਹ ਉੱਤਮ ਪੁਰਖ ਰਾਹੀਂ ਉਪਦੇਸ਼ ਕੀਤਾ ਜਾ ਰਿਹਾ ਹੈ। ਇਹਦਾ ਮਤਲਬ ਕਿ ਮੈਂ ਪਾਣੀ ਪੀਂਦਾ ਹਾਂ, ਪਿਆਸ ਬੁਝ ਜਾਂਦੀ, ਤੇ ਇਹਦਾ ਮਤਲਬ ਸਾਰਿਆਂ ਦੀ ਬੁਝ ਜਾਂਦੀ ਗੱਲ। ਮੈਂ ਆਪਣਾ ਨਾਮ ਲੈ ਕੇ ਗੱਲ ਕਰ ਰਿਹਾ। ਦੂਜੀ ਗੱਲ, ਮੈਂ ਕਿਸੇ ਦੂਜੇ ਦਾ ਸਾਹਮਣੇ ਜਿਹੜਾ ਬੰਦਾ ਹੈ ਉਹਦਾ ਨਾਮ ਲੈ ਕੇ ਗੱਲ ਕਰਨਾ ਕਿ ਇਹ ਮੇਰਾ ਵੀਰ ਹੈ, ਜਿਵੇਂ ਪਾਣੀ ਪੀਵੇ ਤਾਂ ਇਹਦੀ ਪਿਆਸ ਬੁਝ ਜਾਏਗੀ। ਹੁਣ ਗੱਲ ਫਿਰ ਸਾਂਝੀ ਹੈ, ਸਾਹਮਣੇ ਵਾਲੇ ਦੀ ਗੱਲ ਕੀਤੀ ਜਾ ਰਹੀ ਹੈ ਸੈਕੰਡ ਪਰਸਨ ਰਾਹੀਂ। ਤੀਜੀ ਚੀਜ਼ ਹੁੰਦੀ ਥਰਡ ਪਰਸਨ, ਜਿਹੜਾ ਬੰਦਾ ਹਾਜ਼ਰ ਨਹੀਂ ਉਹਦਾ ਨਾਮ ਲੈ ਕੇ ਗੱਲ ਕਰਨੀ, ਕਿ ਜਿਵੇਂ ਮੇਰਾ ਇੱਕ ਮਿੱਤਰ ਹੈ, ਉਹ ਪਾਣੀ ਪੀਣ ਨਾਲ ਉਹਦੀ ਪਿਆਸ ਬੁਝ ਜਾਂਦੀ ਹੈ, ਤਾਂ ਉਹ ਹਾਜ਼ਰ ਨਹੀਂ, ਤੀਜੇ ਦੀ ਗੱਲ ਕੀਤੀ ਜਾ ਰਹੀ, ਗੱਲ ਸਾਂਝੀ ਹੈ। ਤਾਂ ਇੱਥੇ ਬਾਬਾ ਫਰੀਦ ਜੀ ਉੱਤਮ ਪੁਰਖ ਰਾਹੀਂ ਉਪਦੇਸ਼ ਕਰ ਰਹੇ ਨੇ। ਉਪਦੇਸ਼ ਸਰਬ ਸਾਂਝਾ ਹੈ। ਇਹ ਨਹੀਂ ਕਿ ਬਾਬਾ ਫਰੀਦ ਜੀ ਮੇਰ ਤੇਰ ਦੇ ਵਿਤਕਰੇ ਕਰਦੇ ਰਹੇ ਨੇ ਜਾਂ ਉਹਨਾਂ ਨੇ ਵਿਕਾਰਾਂ ਦੇ ਘੜੇ ਭਰੇ ਨੇ, ਨਾ। ਗੱਲ ਸਿਰਫ ਉੱਤਮ ਪੁਰਖ ਰਾਹੀਂ ਉਪਦੇਸ਼ ਕਰਨ ਦੀ ਹੈ ਕਿ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਭਾਵ ਜੀਵਨ ਦੇ ਹੁੰਦਿਆਂ ਮੈਂ ਊਚ ਨੀਚ ਦੇ ਵਿਤਕਰੇ ਆਦਿਕ ਕਰਦਾ ਰਿਹਾ, ਪਰ ਜਦੋਂ ਬੰਨ ਉਠਾਈ ਪੋਟਲੀ ਉਹਨੂੰ ਮੈਂ ਘੱਤ ਦਿੱਤਾ, ਪਰਾਂ ਸੁੱਟ ਦਿੱਤਾ। ਮੈਂ ਸੱਚ ਦੇ ਨਾਲ ਜੁੜਿਆ, ਸੱਚ ਦੇ ਨਾਲ ਜੁੜਿਆ। ਜਦ ਮੈਂ ਰੱਬੀ ਰਜ਼ਾ ਦੇ ਵਿੱਚ ਤੁਰਿਆ ਤਾਂ ਅੱਜ ਫਰੀਦਾ ਕੂਜੜਾ, ਉਹ ਜਿਹੜਾ ਵਿਕਾਰਾਂ ਦਾ ਕੁੱਜਾ ਹੈ, ਸਹਿ ਕੋਹਾਂ ਥਿਓਮ, ਉਹ ਮੇਰੇ ਤੋਂ ਸੈਂਕੜੇ ਕੋ ਦੂਰ ਹੋ ਗਿਆ ਹੈ। ਜਦੋਂ ਮੈਂ ਸੱਚ ਨਾਲ ਜੁੜਿਆ ਨਾ, ਤਾਂ ਜੋ ਵਿਕਾਰਾਂ ਦਾ ਕੁੱਜਾ ਭਰਿਆ ਸੀ ਸਾਰੀ ਜ਼ਿੰਦਗੀ, ਉਹ ਹੁਣ ਮੇਰੇ ਤੋਂ ਸੈਂਕੜੇ ਕੋ ਦੂਰ ਹੋ ਗਿਆ ਹੈ। ਹੁਣ ਮੇਰੇ ਨੇੜੇ ਵਿਕਾਰ ਨਹੀਂ ਕੋਈ ਹੈ। ਹੁਣ ਮੇਰੇ ਚਾਰ ਚੁਫੇਰੇ ਵਿਕਾਰੀ ਪੁਰਸ਼ ਹੋਣ ਤਾਂ ਮੇਰੇ ਉੱਤੇ ਉਹਨਾਂ ਦਾ ਕੋਈ ਅਸਰ ਨਹੀਂ ਹੈ। ਜਿਵੇਂ ਗੁਰਬਾਣੀ ਦੇ ਅੰਦਰ ਬਚਨ ਆਏ ਨੇ ਨਾ, ਬਾਬਾ ਕਬੀਰ ਜੀ ਨੇ ਵੀ ਬਚਨ ਕੀਤਾ ਹੈ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਕਿ ਪਹਿਲਾਂ ਮੇਰਾ ਮਨ ਹੰਕਾਰੀ ਸੀ ਹਾਥੀ ਵਰਗਾ, ਲੇਕਿਨ ਹੁਣ ਉਹ ਰਬਾਬੀ ਨਿਮਾਣਾ ਬਣ ਗਿਆ। ਪਹਿਲਾਂ ਮੈਂ ਬੈਲ ਵਰਗਾ ਸੁਸਤ ਸੀ ਸੁਭਾਅ ਮੇਰਾ, ਲੇਕਿਨ ਹੁਣ ਮੇਰੇ ਅੰਦਰ ਉਦਮ ਆ ਗਿਆ ਹੈ। ਪਹਿਲਾਂ ਮੇਰਾ ਇਹ ਮਨ ਅੱਕ ਦੀ ਅੰਬਾਖੜੀ ਵਰਗਾ ਕੌੜਾ ਸੀ, ਪਰ ਸੱਚ ਦੇ ਨਾਲ ਜੁੜਨ ਕਰਕੇ ਅੱਜ ਮੇਰੇ ਅੰਦਰ ਅੰਬਾਂ ਵਰਗੀ ਮਿਠਾਸ ਆ ਗਈ ਹੈ। ਇਹ ਚੇਂਜਿੰਗ ਆਈਆਂ ਨੇ। ਜਦੋਂ ਸੱਚ ਦੇ ਨਾਲ ਜੁੜੇ
ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਸੱਚ ਦੇ ਨਾਲ ਜੁੜਿਆ ਤਾਂ ਉਹ ਵਿਕਾਰਾਂ ਵਾਲਾ ਜਿਹੜਾ ਕੁੱਜਾ ਸੀ, ਕੁੱਜੇ ਦਾ ਮਤਲਬ ਮੈਂਟੈਲਿਟੀ, ਮਾਨਸਿਕਤਾ, ਸੋਚ, ਉਹ ਸੋਚ ਹੁਣ ਮੇਰੇ ਤੋਂ ਸੈਂਕੜੇ ਕੋ ਦੂਰ ਹੋ ਗਈ ਹੈ। ਸਹਿ ਕੋਹਾਂ ਥੀਓ, ਉਹ ਮੇਰੇ ਨੇੜੇ ਤੇੜੇ ਵੀ ਨਹੀਂ ਹੈ। ਜਿਵੇਂ ਪਾਵਨ ਬਾਣੀ ਵਿੱਚ ਆਉਂਦਾ ਨਾ ਕਿ ਜਦੋਂ ਮੈਂ ਸੱਚ ਦੇ ਨਾਲ ਜੁੜਿਆ ਤਾਂ ਅਪੁਸ਼ਟ ਬਾਤ ਤੇ ਪਈ ਸੀਧਰੀ ਦੂਤ ਦੁਸ਼ਟ ਸਜਨਈ, ਕਿ ਸਾਰੀਆਂ ਜਿਹੜੀਆਂ ਪੁੱਠੀਆਂ ਗੱਲਾਂ ਸਨ ਉਹ ਸਿੱਧੀਆਂ ਹੋ ਗਈਆਂ। ਹੁਣ ਮੈਂ ਕੋਈ ਪੁੱਠਾ ਕੰਮ ਨਹੀਂ ਕਰਦਾ, ਸਿੱਧੇ ਕੰਮ ਕਰਨਾ। ਜਿਹੜੇ ਮੇਰੇ ਦੁਸ਼ਮਣ ਸਨ, ਜਿਨ੍ਹਾਂ ਨੂੰ ਮੈਂ ਦੁਸ਼ਮਣ ਸਮਝਦਾ ਸਾਂ, ਕਿਸੇ ਨੂੰ ਮਿੱਤਰ ਸਮਝਦਾ ਸਾਂ, ਤਾਂ ਦੁਸ਼ਮਣ ਔਰ ਮਿੱਤਰਤਾ ਵਾਲੇ ਵਿਤਕਰੇ ਖਤਮ ਹੋ ਗਏ ਨੇ। ਅੱਜ ਤਾਂ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਵਾਲੀ ਅਵਸਥਾ ਹੋ ਗਈ ਹੈ। ਤੇ ਕਿਵੇਂ ਹੋਇਆ ਹੈ? ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਨ ਨਾ, ਬਿਸਰ ਗਈ ਸਭ ਤਾਤ ਪਰਾਈ। ਮੇਰੇ ਅੰਦਰ ਈਰਖਾ ਸੀ, ਵੈਰ ਸੀ, ਵਿਰੋਧ ਸੀ, ਪਰ ਇਹ ਸਾਰੀ ਪਰਾਈ ਤਾਤ, ਪਰਾਈ ਈਰਖਾ ਵਿਸਰ ਗਈ, ਭੁੱਲ ਗਈ ਹੈ। ਕਦੋਂ? ਜਬ ਤੇ ਸਾਧ ਸੰਗਤ ਮੁਹਿ ਪਾਈ, ਜਦੋਂ ਤੋਂ ਮੈਨੂੰ ਗੁਰੂ ਦੀ ਸ਼ਰਨ ਮਿਲੀ ਹੈ, ਗੁਰੂ ਦੀ ਸ਼ਰਨ ਲਈ ਹੈ। ਤੇ ਅੱਜ ਮੇਰੀ ਅਵਸਥਾ ਕੀ ਹੈ? ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਹੁਣ ਮੇਰੇ ਵਾਸਤੇ ਕੋਈ ਵੈਰੀ ਨਹੀਂ, ਕੋਈ ਬਿਗਾਨਾ ਨਹੀਂ, ਮੇਰੀ ਸਾਰਿਆਂ ਦੇ ਨਾਲ ਹੀ ਬਣ ਆ ਗਈ ਹੈ। ਤਾਂ ਇਸ ਪਾਵਨ ਸ਼ਲੋਕ ਰਾਹੀਂ ਜੋ ਸਾਨੂੰ ਜੀਵਨ ਲਈ ਸੇਧ ਦਿੱਤੀ ਜਾ ਰਹੀ ਹੈ, ਉਹ ਇਹ ਹੈ ਕਿ ਬੰਦਾ ਸਾਰੀ ਜ਼ਿੰਦਗੀ ਪਾਪ ਵਿਕਾਰ ਕਮਾਈ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਨਾ, ਫਲਾਂ ਬੰਦੇ ਦਾ ਪਾਪਾਂ ਦਾ ਘੜਾ ਭਰ ਗਿਆ, ਪਾਪਾਂ ਵਿਕਾਰਾਂ ਦਾ ਹੀ ਕੁੱਜਾ ਭਰੀ ਰੱਖਦਾ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਬੰਨ ਉਠਾਈ ਪੋਟਲੀ, ਸਿਰ ਦੇ ਉੱਤੇ ਵਿਕਾਰਾਂ ਦੀ ਪੋਟਲੀ ਬੰਨੀ ਫਿਰਦਾ ਹੈ। ਲੇਕਿਨ ਜਦੋਂ ਸੱਚ ਦੇ ਨਾਲ ਬੰਦਾ ਜੁੜ ਜਾਂਦਾ ਨਾ, ਤਾਂ ਉਦੋਂ ਇਹ ਵਿਕਾਰ, ਪਾਪ, ਅਪਰਾਧ ਇਹਦੇ ਤੋਂ ਦੂਰ ਚਲੇ ਜਾਂਦੇ ਨੇ। ਇਹਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ। ਹੁਣ ਝੂਠ ਬੋਲਣਾ ਤਾਂ ਦੂਰ ਦੀ ਗੱਲ, ਹੁਣ ਤਾਂ ਝੂਠ ਵਾਲਾ ਵਿਚਾਰ ਵੀ ਅੰਦਰ ਨਹੀਂ ਪੈਦਾ ਹੁੰਦਾ। ਇਹਨੂੰ ਕਹਿੰਦੇ ਨੇ ਸਹਿ ਕੋਹਾਂ ਥੀਓ। ਹੁਣ ਕਿਸੇ ਨਾਲ ਈਰਖਾ ਕਰਕੇ ਕਿਸੇ ਦਾ ਕੰਮ ਗਵਾਣਾ, ਇਹ ਤਾਂ ਦੂਰ ਦੀ ਗੱਲ, ਇਹ ਵਿਚਾਰ ਵੀ ਮਨ ਵਿੱਚ ਨਹੀਂ ਹੁੰਦਾ। ਤਾਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਇਹਨਾਂ ਨਿੱਕੀਆਂ ਜੰਗੀਆਂ ਲੱਤਾਂ ਦੇ ਨਾਲ ਮੈਂ ਇਸ ਸੰਸਾਰ ਨੂੰ ਘੁੰਮਿਆ ਫਿਰਿਆ, ਵਿਕਾਰ ਆਦਿਕ ਵਾਲੀ ਸੋਚ ਰਹੀ। ਲੇਕਿਨ ਅੱਜ ਜਦ ਮੈਂ ਸੱਚ ਦੇ ਨਾਲ ਜੁੜ ਗਿਆ, ਵਿਕਾਰਾਂ ਦੀ ਪੋਟਲੀ ਬੰਨ ਕੇ ਪਾਸੇ ਦੁਨੀਆਦਾਰੀ ਦੇ ਮੋਹ ਦੀ ਕੀਤੀ ਹੈ, ਤਾਂ ਅੱਜ ਉਹ ਜਿਹੜਾ ਕੁੱਜਾ ਸੀ, ਜੋ ਸੋਚ ਸੀ ਨਾ ਮੇਰੀ ਵਿਕਾਰਾਂ ਵਾਲੀ, ਸਹਿ ਕੋਹਾਂ ਥੀਓ, ਮੇਰੇ ਤੋਂ ਸੈਂਕੜੇ ਕੋ ਦੂਰ ਹੋ ਗਈ ਹੈ। ਤਾਂ ਇੱਥੋਂ ਸਾਨੂੰ ਜੀਵਨ ਵਾਸਤੇ ਕੀ ਮਿਲ ਰਿਹਾ ਹੈ ਕਿ ਜੇ ਸਾਡੀ ਜ਼ਿੰਦਗੀ ਵਿੱਚ, ਸਾਡੀ ਮੈਂਟੈਲਿਟੀ, ਮਾਨਸਿਕਤਾ ਵਿੱਚ ਕਿਤੇ ਕੋਈ ਪਾਪ, ਕੋਈ ਵਿਕਾਰ, ਕੋਈ ਅਪਰਾਧ, ਮੇਰ ਤੇਰ ਦੇ ਵਿਤਕਰੇ ਜੇ ਕੋਈ ਛੋਟੇ ਮੋਟੇ ਹੈ ਨੇ, ਤਾਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਪਣੀ ਸੋਚ ਨੂੰ ਇੰਨਾ ਮਹਾਨ ਬਣਾਇਆ ਜਾ ਸਕਦਾ ਹੈ ਕਿ ਇਹ ਪਾਪ ਵਿਕਾਰਾਂ ਵਾਲਾ ਕੁੱਜਾ ਸੋਚ, ਸੀਮਤ ਸੋਚ ਹੀ ਸਾਡੇ ਤੋਂ ਦੂਰ ਹੋ ਜਾਏ। ਐਵੇਂ ਅਸੀਂ ਜ਼ਿੰਦਗੀ ਜੀਣ ਦਾ ਯਤਨ ਕਰਨਾ ਹੈ। ਅਗਲਾ ਬਚਨ ਕਰਦੇ ਨੇ, ਫਰੀਦਾ ਰਾਤੀ ਵੱਡੀਆਂ, ਧੁਖ ਧੁਖ ਉੱਠਣ ਪਾਸ, ਤਿਗ ਤਿਨਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ। ਇੱਥੇ ਜੋ ਰਾਤੀ ਸ਼ਬਦ ਲਿਖਿਆ ਨਾ, ਰਾਤੀ, ਇਹਨੂੰ ਬਿੰਦੀ ਲਗਾ ਕੇ ਪੜਾਂਗੇ ਰਾਤੀ। ਜੇ ਰਾਤੀ ਪੜਾਂਗੇ ਤੇ ਇਹਦਾ ਮਤਲਬ ਹੋ ਜਾਏਗਾ ਰੱਤੀ ਹੋਈ। ਤੇ ਜੋ ਵਡਿਆ ਹੈ, ਵਡਿਆ, ਇਹਨੂੰ ਪੜਾਂਗੇ ਵੱਡੀਆਂ, ਵਵੇ ਤੇ ਅਧਕ, ਔਰ ਐੜੇ ਦੇ ਕੰਨੇ ਨਾਲ ਬਿੰਦੀ ਲਗਾ ਕੇ ਵੱਡੀਆਂ, ਰਾਤੀ ਵੱਡੀਆਂ। ਰਾਤੀ ਦਾ ਮਤਲਬ ਰਾਤਾਂ, ਬਹੁਵਚਨੀ। ਧੁਖ ਧੁਖ ਉੱਠਣ ਪਾਸ, ਧੁਖ ਉੱਠਣ ਦਾ ਮਤਲਬ ਧੁਖ ਉੱਠਦੇ ਨੇ, ਹੰਬ ਜਾਂਦੇ ਨੇ। ਜਿਵੇਂ ਰਾਤ ਸੁੱਤੇ ਰਹੀਏ ਨਾ ਇੱਕੋ ਪਾਸੇ ਤੇ ਉਹ ਪਾਸਾ ਹੰਬ ਜਾਂਦਾ ਹੈ, ਦਰਦ ਹੋਣ ਲੱਗ ਜਾਂਦਾ ਹੈ, ਸੇਕ ਨਿਕਲਣ ਲੱਗ ਜਾਂਦਾ ਹੈ। ਪਾਸ ਦਾ ਮਤਲਬ ਪਾਸੇ। ਇਹ ਬਹੁਵਚਨੀ ਸ਼ਬਦ ਹੈ। ਪਾਸ ਗੁਰਬਾਣੀ ਵਿੱਚ ਦੋ ਤਰ੍ਹਾਂ ਲਿਖਿਆ ਹੋਇਆ ਮਿਲੇਗਾ। ਇੱਕ ਤਾਂ ਪਾਸ ਜੋ ਅਸੀਂ ਪੜ੍ਹ ਰਹੇ ਹਾਂ ਪੱਪੇ ਨਾਲ ਕੰਨਾ ਸੱਸਾ, ਪਰ ਕਈ ਥਾਵਾਂ ਤੇ ਪਾਸ ਤੇ ਸੱਸੇ ਨਾਲ ਸਿਹਾਰੀ ਲੱਗੀ ਹੁੰਦੀ ਹੈ। ਪਾਸ, ਉਹਨੂੰ ਪਾਸ ਹੀ ਨਹੀਂ ਪੜ੍ਹਨਾ, ਪੜ੍ਹਨਾ ਪਾਸ ਹੈ। ਪਰ ਇਹਨਾਂ ਦੋਵਾਂ ਵਿੱਚ ਫਰਕ ਕੀ ਹੈ? ਜਿਵੇਂ ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਉੱਥੇ ਪਾਸ ਤੇ ਸੱਸੇ ਨਾਲ ਸਿਹਾਰੀ ਹੈ। ਤੇ ਉਹਦਾ ਮਤਲਬ ਕੀ ਹੋਏਗਾ? ਕੋਲ।
ਜਿਨ੍ਹਾਂ ਦੇ ਕੋਲ, ਜਦੋਂ ਪਾਸ ਤੇ ਸੱਸੇ ਨਾਲ ਸਿਹਾਰੀ ਹੋਏ, ਇਹਦਾ ਮਤਲਬ ਹੋਏਗਾ ਕੋਲ, ਪਾਸ ਦਮਾਮੇ ਛੱਤ ਸਿਰ, ਕਿ ਜਿਨ੍ਹਾਂ ਦੇ ਕੋਲ ਦਮਾਮੇ ਸਨ, ਸਿਰ ਤੇ ਛਤਰ ਝੂਲਦੇ ਸਨ। ਪਰ ਜਦੋਂ ਪਾਸ ਦਾ ਸੱਸਾ ਮੁਕਤਾ ਹੋਵੇ, ਉਦੋਂ ਇਹ ਬਹੁਵਚਨੀ ਸ਼ਬਦ ਹੁੰਦਾ ਹੈ। ਨਾਮ ਬਹੁਵਚਨੀ, ਉਦੋਂ ਇਹਦਾ ਮਤਲਬ ਹੋਏਗਾ ਪਾਸੇ, ਸਰੀਰ ਦੇ ਪਾਸੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ ਧੁਖ ਧੁਖ ਉੱਠਣ ਪਾਸ, ਕਿ ਜਿਵੇਂ ਸਿਆਲ ਦੀਆਂ ਲੰਮੀਆਂ ਰਾਤਾਂ ਹੁੰਦੀਆਂ ਨੇ ਤੇ ਸੌਂ ਸੌਂ ਕੇ ਪਾਸੇ ਧੁਖ ਉੱਠਦੇ ਨੇ। ਹੁਣ ਇੱਥੇ ਗੱਲ ਕੇਵਲ ਲੰਮੀ ਰਾਤ ਦੀ ਨਹੀਂ ਹੈ, ਇੱਥੇ ਗੱਲ ਸਾਰੀ ਜ਼ਿੰਦਗੀ ਦੀ ਰਾਤ ਦੀ ਹੈ। ਹੁਣ ਧੁਖ ਧੁਖ ਉੱਠਣ ਪਾਸ, ਜਿਨ੍ਹਾਂ ਦੇ ਪਾਸੇ ਧੁਖਦੇ ਨੇ, ਕਿਹਨਾਂ ਦੇ ਧੁਖਦੇ ਨੇ? ਜਿਨ੍ਹਾਂ ਦੇ ਅੰਦਰ ਵਿਕਾਰ ਨੇ, ਪਾਪ ਨੇ, ਅਪਰਾਧ ਨੇ। ਕੋਈ ਬੰਦਾ ਆਚਰਣਹੀਨ ਹੈ, ਤੇ ਆਚਰਣਹੀਨ ਬੰਦੇ ਨੂੰ ਕਿਤੇ ਨੀਂਦ ਆਉਂਦੀ ਹੈ? ਆਚਰਣਹੀਨ ਬੰਦਾ ਤਾਂ ਸਾਰੀਆਂ ਸੋਚਾਂ ਦੇ ਵਿੱਚ ਹੀ ਜ਼ਿੰਦਗੀ ਕੱਢੇਗਾ ਨਾ, ਰਾਤਾਂ ਗੁਜ਼ਾਰੇਗਾ ਕਿ ਕਦ ਮੈਂ ਘਰਦਿਆਂ ਤੋਂ ਪਾਸੇ ਹੋਵਾਂ, ਕਦ ਮੈਂ ਵਿਚਾਰ ਕਮਾਵਾਂ ਜਾਂ ਕੁਛ। ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਚੋਰੀਆਂ ਠੱਗੀਆਂ ਕਰਨੀਆਂ ਨੇ, ਉਹਨਾਂ ਦੇ ਪਾਸੇ ਵਿਕਾਰਾਂ ਦੇ ਨਾਲ ਧੋਖ ਰਹੇ ਨੇ, ਉਹਨਾਂ ਨੂੰ ਨੀਂਦ ਕਿੱਥੇ ਹੁੰਦੀ? ਚੈਨ ਦੀ ਨੀਂਦ ਨਹੀਂ ਹੁੰਦੀ। ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ, ਕੋਈ ਮੰਨ ਲਓ ਕਿਸੇ ਨੇ ਕੋਈ ਕਤਲ ਕਰ ਬੈਠਾ, ਬੰਦਾ ਕਤਲ ਕਰ ਬੈਠਾ, ਹੁਣ ਘਰ ਤੇ ਆ ਗਿਆ, ਲੇਕਿਨ ਕੀ ਉਹਨੂੰ ਨੀਂਦ ਆ ਜਾਏਗੀ? ਹੁਣੇ ਵੀ ਪੁਲਿਸ ਆਈ, ਹੁਣੇ ਵੀ ਪੁਲਿਸ ਆਈ, ਪਾਸੇ ਧੁਖਣਗੇ ਨਾ। ਤਾਂ ਜਿਹੜਾ ਇਨਸਾਨ ਜ਼ਿੰਦਗੀ ਦੇ ਅੰਦਰ ਵਿਕਾਰ ਕਮਾਉਂਦਾ ਹੈ, ਉਹਨਾਂ ਦੇ ਪਾਸੇ ਧੁਖਦੇ ਨੇ, ਉਹਨਾਂ ਨੂੰ ਨੀਂਦੀਆਂ ਨਹੀਂ ਆਉਂਦੀਆਂ, ਉਸਲਵਾਟੇ ਹੁੰਦੇ ਰਹਿੰਦੇ ਨੇ, ਸਾਰੀ ਜ਼ਿੰਦਗੀ ਬੇਚੈਨੀ ਦੇ ਨਾਲ ਬੀਤਦੀ ਹੈ। ਹੰਕਾਰੀ ਬੰਦੇ ਨੂੰ ਕਿਤੇ ਨੀਂਦ ਆਉਂਦੀ ਜੇ ਉਹਦੇ ਖਿਲਾਫ ਕਿਸੇ ਨੇ ਕੁਝ ਬੋਲ ਦਿੱਤਾ ਹੋਵੇ, ਕਿ ਕਦੋਂ ਦਿਨ ਚੜੇ ਤੇ ਕਦੋਂ ਮੈਂ ਜਾ ਕੇ ਉਹਦੀ ਬੇਇੱਜ਼ਤੀ ਕਰਾਂ, ਕਿਤੇ ਐਸਾ ਹੁੰਦਾ ਹੈ। ਤਾਂ ਕਦੇ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਚੈਨ ਦੀ। ਐਸੀ ਇਹਦਾ ਹੁਣ ਅਗਲੀ ਪੰਕਤੀ ਦੇ ਵਿੱਚ ਖੋਲ ਕੇ ਦੱਸ ਰਹੇ ਨੇ, ਤਿਗ ਤਿਨਾਂ ਦਾ ਜੀਵ ਆ। ਤਿਗ ਦਾ ਮਤਲਬ ਤ੍ਰਿਗ, ਲਾਨਤ। ਜਿਨ੍ਹਾਂ ਵਿਡਾਣੀ ਆਸ, ਵਿਡਾਣੀ ਦਾ ਮਤਲਬ ਬਿਗਾਨੀ। ਜੋ ਲੋਕ ਦੂਜਿਆਂ ਦੀ ਆਸ ਤੱਕਦੇ ਨੇ, ਉਹਨਾਂ ਦੇ ਜੀਵਨ ਨੂੰ ਫਿਟਕਾਰ ਹੈ। ਵਿਡਾਣੀ ਦਾ ਮਤਲਬ ਬਿਗਾਨੀ। ਬਿਗਾਨੀ ਦਾ ਮਤਲਬ ਇੱਕ ਸੱਚ ਨੂੰ ਛੱਡ ਕੇ, ਪ੍ਰਭੂ ਦੀ ਰਜ਼ਾ ਹੁਕਮ ਨੂੰ ਛੱਡ ਕੇ, ਜਿਨ੍ਹਾਂ ਨੂੰ ਹੋਰ ਆਸਾਵਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਆਸਾਂ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ ਦੀਆਂ, ਔਰ ਜਿਨ੍ਹਾਂ ਨੂੰ ਇਹ ਆਸ ਹੈ ਕਿ ਇਹਨਾਂ ਵਿਕਾਰਾਂ ਦੇ ਵਿੱਚੋਂ ਜਿਹੜੇ ਮੈਂ ਪਾਪ ਕਰਮ ਕਮਾਏ ਨੇ, ਤੀਰਥਾਂ ਤੇ ਨਹਾਉਣ ਦੇ ਨਾਲ ਮੇਰੇ ਮੁੱਕ ਜਾਣਗੇ। ਤੀਰਥਾਂ ਦੀ ਆਸ ਹੈ, ਕਿਸੇ ਨੂੰ ਮੜੀਆਂ ਦੀ ਆਸ ਹੈ, ਕਿਸੇ ਨੂੰ ਲੱਖਾਂ ਦਾਤੇ ਬਾਬੇ ਦੀ ਆਸ ਹੈ, ਕਿਸੇ ਨੂੰ ਬਾਬਿਆਂ ਦੀ ਆਸ ਹੈ, ਕਿਸੇ ਨੂੰ ਜੋਤਸ਼ੀਆਂ ਦੀ ਆਸ ਹੈ, ਕਿਸੇ ਨੂੰ ਵਰਤਨ ਰਾਤਿਆਂ ਦੀ ਆਸ ਹੈ, ਕਿਸੇ ਨੂੰ ਜਪ ਤਪ ਦੀ ਆਸ ਹੈ, ਕਿਸੇ ਨੂੰ ਦਸਮ ਦੁਆਰ ਦੀ ਆਸ ਹੈ। ਦਸਮ ਦੁਆਰ ਦੀ ਆਸ ਲਾਈ ਬੈਠਾ, ਬਾਬਿਆਂ ਦੀ ਆਸ ਲਾਈ ਬੈਠਾ, ਲੇਕਿਨ ਸੱਚ ਦੇ ਨਾਲ ਉਹ ਸੰਬੰਧ ਟੁੱਟਿਆ ਹੋਇਆ ਹੈ। ਤਾਂ ਉਹਨਾਂ ਦੇ ਪਾਸੇ ਧੁਖਦੇ ਹੀ ਰਹਿੰਦੇ ਨੇ, ਭਾਵ ਉਹਨਾਂ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ। ਤਾਂ ਉਹਨਾਂ ਦਾ ਜੀਵਨ ਲਾਨਤ ਯੋਗ ਹੈ, ਜੋ ਸੱਚ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਲਾਈ ਬੈਠੇ ਨੇ। ਤਾਂ ਇੱਥੋਂ ਸਾਨੂੰ ਜੀਣ ਵਾਸਤੇ, ਜ਼ਿੰਦਗੀ ਜੀਣ ਲਈ ਕੀ ਅਸੂਲ ਸਾਡੇ ਵਾਸਤੇ ਮਿਲ ਰਿਹਾ ਹੈ, ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੀ ਰਾਤ ਚੈਨ ਦੇ ਨਾਲ ਗੁਜ਼ਰੇ, ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜੀਏ, ਸੱਚਾਈ, ਦਇਆ, ਪਿਆਰ, ਮੁਹੱਬਤ ਵਾਲੀ ਜ਼ਿੰਦਗੀ ਜੀਵੀਏ, ਆਪਣੀਆਂ ਲੋੜਾਂ ਨੂੰ ਸੀਮਤ ਕਰੀਏ, ਆਸਾਵਾਂ ਔਰ ਤ੍ਰਿਸ਼ਨਾਵਾਂ 2 ਨੰਬਰ ਦੇ ਧੰਦਿਆਂ ਤੋਂ ਬਚੀਏ। ਤਾਂ ਹੀ ਅਸੀਂ ਆਪ ਵੀ ਸੁਖੀ ਰਹਾਂਗੇ, ਸਾਡਾ ਸਮਾਜ ਵੀ ਸੁਖੀ ਔਰ ਸ਼ਾਂਤ ਤਾਂ ਹੀ ਹੋਵੇਗਾ। ਨਹੀਂ ਤੇ ਜਿਨ੍ਹਾਂ ਦੇ ਆਪਣੇ ਪਾਸੇ ਧੁਖ ਰਹੇ ਨਾ, ਉਹ ਦੂਜਿਆਂ ਨੂੰ ਹੀ ਅਸ਼ਾਂਤ ਕਰ ਦੇਣਗੇ। ਇੱਕ ਬੰਦੇ ਨੇ ਦੇਖੋ ਇੰਡੀਆ ਦੇ ਅੰਦਰ ਕਿੰਨੇ ਸਾਰੇ ਕਿਸਾਨਾਂ ਦਾ ਬੁਰਾ ਹਾਲ ਕੀਤਾ ਹੋਇਆ ਨਾ। ਤਾਂ ਜਿਹੜੇ ਸੱਚ ਦੇ ਨਾਲੋਂ ਟੁੱਟ ਜਾਣਗੇ, ਉਹ ਆਪ ਵੀ ਦੁਖੀ ਰਹਿਣਗੇ ਤੇ ਦੂਜਿਆਂ ਨੂੰ ਵੀ ਉਹ ਦੁਖੀ ਕਰ ਦੇਣਗੇ। ਇਸ ਲਈ ਇਥੋਂ ਜੀਵਨ ਵਾਸਤੇ ਬਾਬਾ ਫਰੀਦ ਜੀ ਸਾਨੂੰ ਦੇ ਰਹੇ ਨੇ ਸਿਧਾਂਤ ਕਿ ਸੱਚ ਦੇ ਨਾਲ ਜੁੜਨਾ ਹੈ,
ਰੱਬੀ ਰਜ਼ਾ ਦੇ ਨਾਲ ਜੁੜਨਾ ਹੈ। ਜਿਹੜਾ ਬੰਦਾ ਸੱਚ ਦੇ ਨਾਲੋਂ ਟੁੱਟ ਜਾਏਗਾ, ਜਿਹੜਾ ਹੋਰ ਆਸਾਵਾਂ ਬਣਾਏਗਾ, ਉਹਦੇ ਫਿਰ ਪਾਸੇ ਧੁਖਦੇ ਹੀ ਰਹਿਣਗੇ। ਜ਼ਿੰਦਗੀ ਦੀ ਰਾਤ ਲੰਮੀ ਹੋਏਗੀ ਤੇ ਜ਼ਿੰਦਗੀ ਦੀ ਲੰਮੀ ਰਾਤ ਦੇ ਅੰਦਰ ਉਹ ਵਿਕਾਰਾਂ ਦੇ ਅੰਦਰ ਗਰਕ ਹੀ ਹੁੰਦਾ ਰਹੇਗਾ। ਅਗਲਾ ਬਚਨ ਕਰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆਂ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਜੇ ਮੈਂ ਹੁੰਦਾ, ਹੋਦਾ ਲਿਖਿਆ ਹੈ, ਹੋਦਾ, ਇਹਨੂੰ ਹੋਦਾ ਨਹੀਂ ਪੜਨਾ, ਬਿੰਦੀ ਲਾ ਕੇ ਪੜਨਾ ਹੈ। ਹੁੰਦਾ, ਹੁੰਦਾ ਨਹੀਂ ਹੁੰਦਾ, ਜਿਵੇਂ ਹੁੰਦਾ, ਜੇ ਮੈਂ ਹੁੰਦਾ, ਹੁੰਦਾ। ਮਿੱਤਾ, ਇੱਥੇ ਮਿੱਤਾ ਦੇ ਕੰਨੇ ਨਾਲ ਵੀ ਬਿੰਦੀ ਲਗਾਵਾਂਗੇ, ਮਿੱਤਾਂ, ਕਿਉਂਕਿ ਆਪ ਨੂੰ ਮੈਂ ਇੱਕ ਨਿਯਮ ਲਿਖਾਇਆ ਸੀ ਕਿ ਜਦੋਂ ਵੀ ਕਿਸੇ ਨਾਉਨ ਨੂੰ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਸ ਦਾ ਉਚਾਰਨ ਨਾਸਕੀ ਹੋਏਗਾ ਬਿੰਦੀ ਮੁਤਾਬਕ। ਪਰ ਜਦੋਂ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਸੰਬੋਧਨਵਾਚਕ ਬਣਾਇਆ ਜਾਂਦਾ ਹੈ ਤਾਂ ਫਿਰ ਬਿੰਦੀ ਨਹੀਂ ਹੋਏਗੀ। ਜਿਵੇਂ ਮੀਤਾ ਐਸੇ ਹਰ ਜੀ ਉਪਾਏ, ਉੱਥੇ ਮੀਤਾ ਸ਼ਬਦ ਮਿੱਤਰ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਜਿਵੇਂ ਗੁਰਾ, ਇੱਕ ਦੇਹ ਬੁਝਾਈ ਸ਼ਬਦ ਹੈ ਗੁਰ, ਤੇ ਗੁਰ ਦੇ ਨਾਲ ਕੰਨਾ ਲਗਾ ਕੇ ਸੰਬੋਧਨਵਾਚਕ ਬਣਾਇਆ ਹੈ। ਪੜਾਂਗੇ ਬਿਨਾਂ ਬਿੰਦੀ ਤੋਂ, ਗੁਰਾ, ਗੁਰਾ, ਹੇ ਗੁਰੂ ਜੀ, ਇੱਕ ਦੇਹ ਬੁਝਾਈ, ਮੈਨੂੰ ਇੱਕ ਸਮਝ ਬਖਸ਼ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਮੈਨੂੰ ਭੁੱਲੇ ਨਾ। ਪਰ ਜਦੋਂ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਵਾਂਗੇ ਤਾਂ ਉੱਥੇ ਬਿੰਦੀ ਦਾ ਉਚਾਰਨ ਹੋਏਗਾ, ਮੀਤਾਂ। ਜਿਵੇਂ ਇਹਨੂੰ ਅਸੀਂ ਦੁਨਿਆਵੀ ਮਿਸਾਲ ਨਾਲ ਸਮਝ ਲੈਂਦੇ ਹਾਂ। ਜੇ ਕੋਈ ਭੈਣ ਆਪਣੇ ਵੀਰ ਨੂੰ ਕਵੇ, ਵੀਰਾ ਆ ਮੈਨੂੰ ਪਾਣੀ ਦੇਈ, ਵੀਰਾ ਸ਼ਬਦ ਹੈਗਾ ਵੀਰ, ਤੇ ਵੀਰ ਨੂੰ ਸੰਬੋਧਨ ਕਰਨ ਵਾਸਤੇ ਨਾਲ ਲਗਾਇਆ ਕੰਨਾ, ਤੇ ਉਹਦਾ ਉਚਾਰਨ ਹੋਏਗਾ ਵੀਰਾ, ਵੀਰਾ ਆ ਮੈਨੂੰ ਪਾਣੀ ਦਾ ਗਲਾਸ ਦੇਈ। ਪਰ ਜੇ ਭੈਣ ਆਈ ਹੋਏ ਪੇਕਿਓਂ ਤੇ ਆਪਣੇ ਸਹੁਰੇ ਘਰ ਵਿੱਚ ਆਣ ਕੇ ਕਵੇ ਕਿ ਯਾਰ ਸੂਟ ਮੇਰੇ ਵੀਰਾਂ ਨੇ ਦਿੱਤਾ ਹੈ, ਦੋ ਵੀਰਾਂ ਨੇ, ਸ਼ਬਦ ਹੈ ਵੀਰ, ਕੰਨਾ ਲਗਾ ਕੇ ਇਹਨੂੰ ਬਣਾਇਆ ਬਹੁਵਚਨੀ, ਤਾਂ ਇਹਦਾ ਉਚਾਰਨ ਵੀਰਾ ਨਹੀਂ ਹੋਵੇਗਾ ਕਿ ਇਹ ਸੂਟ ਮੇਰੇ ਵੀਰਾਂ ਨੇ ਦਿੱਤਾ ਹੈ, ਵੀਰਾਂ, ਕਿਉਂਕਿ ਦੋ ਹੋ ਗਏ ਨਾ। ਇੱਥੇ ਵੀ ਮਿੱਤਾ, ਇੱਥੇ ਬਹੁਵਚਨੀ ਸ਼ਬਦ ਹੈ, ਇਸ ਕਰਕੇ ਮਿੱਤਾਂ ਪੜਾਂਗੇ, ਮਿੱਤਾਂ, ਮਿੱਤਰਾਂ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆਂ। ਵਾਰਿਆ ਦਾ ਮਤਲਬ ਹੈਗਾ ਪਿੱਛੇ ਰੱਖਿਆ, ਲੁਕਾਇਆ, ਕੋਈ ਚੀਜ਼ ਲੁਕਾਣੀ। ਆਇੜਿਆਂ ਦਾ ਮਤਲਬ ਆਇਆ ਹੋਇਆਂ ਤੋਂ, ਆਏ ਹੋਏ ਮਿੱਤਰਾਂ ਤੋਂ। ਫਰੀਦ ਜੀ ਕਹਿੰਦੇ ਨੇ, ਜੇ ਮੈਂ ਆਪਣੇ ਮਿੱਤਰਾਂ ਤੋਂ ਕੁਝ ਲੁਕਾ ਕੇ ਰੱਖਾਂ, ਮੇਰੇ ਘਰ ਵਿੱਚ ਮਿੱਤਰ ਆਉਣ ਤੇ ਉਹਨਾਂ ਤੋਂ ਕੁਝ ਲੁਕਾ ਲਵਾਂ, ਛੁਪਾ ਲਵਾਂ, ਲੁਕਾਵਾਂ ਕੁਝ। ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਹੇੜਾ ਦਾ ਮਤਲਬ ਸਰੀਰ, ਮਜੀਠ ਜਿਉਂ ਦਾ ਮਤਲਬ ਮਜੀਠ ਵਾਂਗ। ਮਜੀਠ ਲਾਲ ਰੰਗ ਹੁੰਦਾ ਪੱਕਾ, ਤਾਂ ਮਜੀਠ ਵਾਂਗ, ਜਲੇ ਦਾ ਮਤਲਬ ਸੜਦਾ ਹੈ। ਤਾਂ ਮੇਰਾ ਸਰੀਰ ਇਉਂ ਸੜਦਾ ਹੈ ਜਿਵੇਂ ਬਲ ਦੇ ਕੋਲਿਆਂ ਉੱਤੇ ਮਜੀਠ ਸੜਦਾ ਹੈ, ਐਵੇਂ ਮੈਂ ਦੁਖੀ ਹੁੰਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਦੇਖੋ, ਜੇ ਮੈਂ ਤੁਹਾਡੇ ਤੋਂ ਕੁਝ ਲੁਕਾਵਾਂ ਤਾਂ ਮੇਰਾ ਸਰੀਰ ਤਾਂ ਨਹੀਂ ਜਲੇਗਾ ਨਾ, ਮੇਰੇ ਸਰੀਰ ਨੂੰ ਅੱਗ ਥੋੜਾ ਲੱਗਣੀ ਹੈ। ਇਹ ਚੀਜ਼ ਸਮਝਣ ਵਾਲੀ ਹੈ ਬੜੇ ਪਿਆਰ ਦੇ ਨਾਲ। ਹੁਣ ਮੰਨ ਲਓ ਮੈਂ ਤੁਹਾਨੂੰ ਆਪਣੇ ਮਿੱਤਰ ਕਹਿਣਾ, ਤੁਸੀਂ ਮੇਰੇ ਪਿਆਰੇ ਵੀਰ ਹੋ, ਮੇਰੀਆਂ ਪਿਆਰੀਆਂ ਭੈਣਾਂ ਹੋ, ਬਾਹਰੋਂ ਤਾਂ ਮੈਂ ਪਿਆਰ ਵਿਖਾ ਰਿਹਾ, ਪਰ ਮੈਂ ਕਿਤੇ ਡਾਲਰ ਗਿਣ ਰਿਹਾ ਸੀ ਤੇ ਮੇਰੇ ਕਿਸੇ ਮਿੱਤਰ ਨੇ ਆਣ ਕੇ ਕੁੰਡਾ ਖੜਕਾਇਆ ਤੇ ਉਹ ਫਟਾਫਟ ਡਾਲਰ ਮੈਂ ਆਪਣੇ ਗੋਡੇ ਦੇ ਥੱਲੇ ਕਰ ਲੈ, ਜਾਂ ਉੱਤੇ ਚਾਦਰ ਸਰਾਣਾ ਤਰਤਾ, ਆ ਜਾਓ ਵੀਰ ਜੀ, ਆ ਜਾਓ, ਆ ਜਾਓ, ਆ ਲਿਆ ਕੁੜੀਏ ਚਾਚੇ ਵਾਸਤੇ ਚਾਹ ਬਣਾ ਕੇ। ਲੇਕਿਨ ਉਹ ਡਾਲਰ ਲਗਾ ਲੈਣੇ ਥੱਲੇ। ਇਹਦਾ ਮਤਲਬ ਮੈਂ ਆਪਣੇ ਮਿੱਤਰ ਨੂੰ ਡਾਲਰ ਦਿਖਾਣਾ ਨਹੀਂ ਚਾਹ ਰਿਹਾ, ਤਾਂ ਮਿੱਤਰਤਾ ਤਾਂ ਨਾ ਹੋਈ, ਕੋਈ ਚੀਜ਼ ਲੁਕਾ ਲੈਣੀ। ਇਹ ਚੀਜ਼ ਨੂੰ ਆਪਾਂ, ਇਹ ਤੇ ਨਿੱਕੀ ਜਿਹੀ ਮਿਸਾਲ ਸੀ, ਇਸ ਚੀਜ਼ ਨੂੰ ਹੁਣ ਆਪਾਂ ਥੋੜਾ ਜਿਹਾ ਵਿਸਥਾਰ ਨਾਲ ਸਮਝਣਾ ਕਿ ਇਹਦੇ ਪਿੱਛੇ ਭਾਵਨਾ ਕੀ ਹੈ।
ਅਸੀਂ ਨਿੱਕਾ ਜਿਹਾ ਵੀ ਕੋਈ ਚੰਗਾ ਕੰਮ ਕਰੀਏ ਨਾ, ਉਹਦੀ ਅਨਾਉਂਸ ਕਰਾਉਂਦੇ ਆ। ਗੁਰਦੁਆਰੇ ਸਾਹਿਬ ਅਸੀਂ ਪੱਖਾ ਦਬੀਏ, ਪੱਖਿਆਂ ਦੇ ਉੱਤੇ ਅਸੀਂ ਆਪਣੇ ਨਾਮ ਲਿਖਾ ਦਿੰਦੇ ਆ, ਇੱਟਾਂ ਤੇ ਲਿਖਾਉਂਦੇ ਆ, ਅਨਾਉਂਸ ਕਰਾਉਂਦੇ ਆ। ਮੇਰਾ ਮਤਲਬ ਨਹੀਂ ਕਿ ਨਾ ਕਰਾਓ, ਚੰਗਾ ਕੰਮ ਕਰਦੇ ਹੋ ਕਰਾਓ। ਹਰ ਬੰਦਾ ਕਰਦਾ ਹੈ ਆਪਣੀ ਮਸ਼ਹੂਰੀ ਚੰਗੇ ਕੰਮ ਦੀ। ਜੋ ਅਸੀਂ ਚੰਗੇ ਕੰਮ ਕਰਦੇ ਆ ਉਹ ਤੇ ਦੱਸਦੇ ਆ ਕਿ ਅੱਜ ਮੈਂ 10,000 ਰੁਪਇਆ ਗਰੀਬਾਂ ਵਿੱਚ ਵੰਡ ਕੇ ਆਇਆ, ਕੱਪੜੇ ਵੰਡੇ, ਕੁਛ ਕੀਤਾ, ਬਹੁਤ ਵਧੀਆ, ਬਿਲਕੁਲ ਵਧੀਆ ਕੀਤਾ, ਚੰਗਾ ਕੀਤਾ। ਦੱਸਣਾ ਚਾਹੀਦਾ, ਹੋਰ ਵੀ ਕਿਸੇ ਨੂੰ ਉਤਸ਼ਾਹ ਮਿਲਦਾ। 10,000 ਦੇ ਗਰੀਬਾਂ ਵਿੱਚ ਕੱਪੜੇ ਵੰਡੇ ਉਹ ਤੇ ਦੱਸਿਆ, ਪਰ ਜਿਹੜਾ 10 ਲੱਖ ਵੱਡੇ ਭਰਾ ਦਾ ਮਾਰਿਆ ਹੋਇਆ ਉਹ ਛੁਪਾਇਆ, ਉਹ ਨਹੀਂ ਮੈਂ ਦੱਸਦਾ। ਜਿਹੜਾ ਮੈਂ ਕਿਸ ਦੇ ਪਲਾਟ ਤੇ ਕਬਜ਼ਾ ਕੀਤਾ ਉਹ ਮੈਂ ਨਹੀਂ ਦੱਸਦਾ। ਜੋ ਮੈਂ ਲੋਕਾਂ ਤੋਂ ਰਿਸ਼ਵਤ ਲੈਣਾ ਉਹ ਮੈਂ ਨਹੀਂ ਦੱਸਦਾ। ਜਿਹੜੇ ਮੈਂ ਲੋਕਾਂ ਦੇ ਚੁਗਲੀਆਂ ਕਰਕੇ ਰਿਸ਼ਤੇ ਤੁੜਵਾਏ ਨੇ ਉਹ ਮੈਂ ਨਹੀਂ ਦੱਸਦਾ। ਜੋ ਮੈਂ ਚੁਗਲੀਆਂ ਕਰਕੇ ਘਰਾਂ ਦੇ ਘਰ ਤਬਾਹ ਕੀਤੇ ਨੇ ਉਹ ਮੈਂ ਦੱਸਦਾ ਨਹੀਂ। ਪਾਪਾਂ ਨੂੰ ਮੈਂ ਛੁਪਾ ਰਿਹਾ। ਚੰਗੀ ਗੱਲ ਬੰਦਾ ਪ੍ਰਚਾਰਦਾ, ਪਾਪਾਂ ਨੂੰ ਛੁਪਾਉਂਦਾ ਹੈ। ਹਮੇਸ਼ਾ ਬੰਦਾ ਪਾਪ ਛੁਪਾਏਗਾ। ਹੁਣ ਇਹ ਸਮਝ ਆ ਗਈ ਨਾ, ਛੁਪਾਣਾ। ਤੇ ਜੇ ਮੈਂ ਮਿੱਤਰਾਂ ਕੋਲੋਂ ਛਿਪ ਕੇ ਕੁਛ ਐਸੇ ਕਰਮ ਕਰਾਂ ਜਿਹੜੇ ਮਿੱਤਰਾਂ ਨੂੰ ਮੈਂ ਦੱਸਦਾ ਨਹੀਂ, ਧੀਆਂ ਤੋਂ, ਭੈਣਾਂ ਤੋਂ, ਪੁੱਤਰਾਂ ਤੋਂ, ਭਰਾਵਾਂ ਤੋਂ, ਸੱਜਣਾ ਮਿੱਤਰਾਂ ਤੋਂ ਛਿਪ ਕੇ ਕੰਮ ਕਰਾਂ, ਲੁਕਾਵਾਂ, ਤਾਂ ਉਹ ਜਿਹੜੇ ਮੈਂ ਲੁਕ ਕੇ ਕੰਮ ਕਰ ਰਿਹਾ, ਲੁਕ ਕੇ ਕੰਮ ਕੀਤੇ ਨੇ, ਲੁਕ ਕੇ ਕੰਮ ਅੱਗੇ ਕਰਨਾ ਚਾਹੁੰਦਾ, ਉਹ ਕੀ ਹੋਣਗੇ? ਪਾਪ ਹੀ ਹੋਣਗੇ ਨਾ। ਜਿੰਨੇ ਵੀ ਬੰਦਾ ਕੰਮ ਛਿਪ ਕੇ ਕਰਦਾ ਹੈ ਨਾ, ਉਹ ਸਾਰੇ ਕਰੀਬ ਪਾਪ ਹੁੰਦੇ ਨੇ। ਕਿਤਨੇ ਐਸੇ ਕਰਮ ਨੇ ਜੋ ਬੰਦਾ ਆਪਣੀਆਂ ਧੀਆਂ ਤੋਂ, ਪੁੱਤਰਾਂ ਤੋਂ, ਭੈਣਾਂ ਭਰਾਵਾਂ ਤੋਂ, ਸਮਾਜ ਤੋਂ ਛਿਪ ਕੇ ਕਰਦਾ ਹੈ, ਤੇ ਉਹ ਸਾਰੇ ਪਾਪ ਨੇ। ਤੇ ਪਾਪ ਕਰਨ ਵਾਲਾ ਬੰਦਾ ਕਦੇ ਕਿਸੇ ਦਾ ਮਿੱਤਰ ਨਹੀਂ ਹੁੰਦਾ। ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਜੇ ਮੈਂ ਮਿੱਤਰਾਂ ਤੋਂ ਕੁਛ ਲੁਕਾਵਾਂ, ਜੇ ਮੇਰੀ ਜ਼ਿੰਦਗੀ ਐਸੀ ਹੈ ਜੋ ਮਿੱਤਰਾਂ ਸੱਜਣਾ ਤੋਂ ਮੈਂ ਲੁਕ ਛੁਪ ਕੇ ਜੀ ਰਿਹਾ, ਤਾਂ ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ, ਫਿਰ ਮੇਰਾ ਸਰੀਰ ਸੜਦਾ ਹੈ, ਭਾਵ ਮੈਂ ਦੁਖੀ ਹੁੰਦਾ ਹਾਂ। ਜਿਵੇਂ ਸਰੀਰ, ਜਿਵੇਂ ਮਜੀਠ ਦੇ ਉੱਤੇ ਕੋਈ ਚੀਜ਼ ਸੜਦੀ ਹੈ ਨਾ, ਉਵੇਂ ਮੈਂ ਦੁਖੀ ਹੁੰਦਾ ਹਾਂ। ਤਾਂ ਸਾਡੇ ਦੁੱਖਾਂ ਦਾ ਕਾਰਨ ਕੀ ਹੈ? ਜੋ ਅਸੀਂ ਪਾਪ ਕਰਮ ਕਰਦੇ ਹਾਂ। ਔਰ ਦੂਜੀ ਗੱਲ ਜੋ ਇੱਥੇ ਸਮਝਾਈ ਜਾ ਰਹੀ ਹੈ, ਜੋ ਮਿੱਤਰਤਾ ਹੈ, ਰਿਸ਼ਤੇਦਾਰੀ ਹੈ, ਉਹਦੇ ਵਿੱਚ ਕੁਛ ਲੁਕਾ ਛਿਪਾ ਨਹੀਂ ਹੋਣਾ ਚਾਹੀਦਾ। ਮਿੱਤਰਤਾ ਦੇ ਅੰਦਰ ਤਾਂ ਜੀਵਨ ਇੱਕ ਖੁੱਲੀ ਕਿਤਾਬ ਵਾਂਗ ਹੋਣਾ ਚਾਹੀਦਾ ਹੈ। ਮੇਰਾ ਮਿੱਤਰ ਮੇਰੇ ਬਾਰੇ ਹਰ ਚੀਜ਼ ਜਾਣਦਾ ਹੋਵੇ, ਮੇਰਾ ਜੀਵਨ ਇੱਕ ਖੁੱਲੀ ਕਿਤਾਬ ਹੋਵੇ, ਮੇਰੇ ਜੀਵਨ ਦੇ ਕਿਸੇ ਵੀ ਪੇਜ ਨੂੰ ਉਹ ਪੜ੍ਹ ਸਕੇ, ਕਿਤੇ ਵੀ ਚੇਪੀ ਲੱਗੀ ਹੋਈ ਨਹੀਂ ਹੈ। ਤਾਂ ਮਿੱਤਰਤਾ ਦਾ ਮਤਲਬ ਕੁਛ ਲੁਕਾ ਛਿਪਾ ਨਹੀਂ ਹੈ। ਥੋੜੀ ਜਿਹੀ ਇੱਥੇ ਮੈਂ ਹੋਰ ਬੇਨਤੀ ਕਰਨੀ ਚਾਹਾਂਗਾ। ਕਿਹਨੂੰ ਕਹਿੰਦੇ ਨੇ ਦੋਸਤੀ? ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਵਿਚਾਰ ਕੀਤੀ ਸੀ ਪਿੱਛੇ, ਦੋਸਤ ਦਾ ਮਤਲਬ ਹੈ 2+7। 2+7 ਵਾਲਾ ਫਾਰਮੂਲਾ ਹੈ ਦੋਸਤੀ ਦਾ। 2 ਦਾ ਮਤਲਬ 2 ਤੇ 7 ਦਾ ਮਤਲਬ ਸੱਚੇ ਲੋਕ। ਜਦੋਂ ਦੋ ਸਚਾਈਆਂ ਮਿਲ ਕੇ ਇੱਕ ਹੋ ਜਾਣ, ਉਹਨਾਂ ਨੂੰ ਅਸੀਂ ਦੋਸਤ ਕਹਿ ਸਕਦੇ ਹਾਂ। ਕਿ ਦੋ ਸੱਚੇ ਸੁੱਚੇ ਜੀਵਨ ਵਾਲੇ ਬੰਦੇ ਮਿਲ ਕੇ ਇੱਕ ਹੋ ਗਏ, ਉਹਨਾਂ ਨੂੰ ਕਹਿੰਦੇ ਆ ਦੋਸਤ। ਦੋ ਸੱਚੇ ਇਨਸਾਨ ਮਿਲ ਕੇ ਇੱਕ ਹੋ ਗਏ। ਤੇ ਜੇ ਦੋਵਾਂ ਦੇ ਵਿੱਚ ਝੂਠ ਹੋਏ, ਫਿਰ ਝੂਠ, ਉਹ ਤੇ ਝੂਠੇ ਹੋਏ ਨਾ, ਫਿਰ ਦੋਸਤ ਨਾ ਹੋਏ, ਝੂਠੇ ਹੋਏ। ਹੁਣ ਇਹ ਦੋਸਤ ਦੇ ਫਾਰਮੂਲੇ ਨੂੰ ਵੇਖੋ, 2+7 ਬਰਾਬਰ, ਬੋਲੋਗੇ ਮੈਂ ਸਮਝ ਜਾਵਾਂਗਾ। ਤੁਸੀਂ ਬੋਲ ਰਹੇ ਹੋ 2+7 ਬਰਾਬਰ 9। ਇਹ ਚੀਜ਼ ਨੂੰ ਸਮਝੋ, ਮਿੱਤਰਤਾ ਕੀ ਹੈ। ਮੰਨ ਲਓ ਮੇਰੇ ਕੋਲ ਚੀਜ਼ਾਂ ਨੇ 7, ਮੇਰੇ ਦੂਜੇ ਦੋਸਤ ਕੋਲ ਚੀਜ਼ਾਂ ਨੇ 2। ਮੇਰੇ ਕੋਲ 7 ਨੇ, ਦੂਜੇ ਕੋਲ 2 ਨੇ। ਹੁਣ ਅਸੀਂ ਦੋਵੇਂ ਮਿਲ ਕੇ ਇੱਕ ਹੋ ਗਏ ਕਿ ਅਸੀਂ ਇਕੱਠੇ ਮਿਲ ਕੇ ਚੱਲਣਾ। ਤਾਂ ਸਾਡੇ ਕੋਲ ਚੀਜ਼ਾਂ ਕਿੰਨੀਆਂ ਹੋ ਗਈਆਂ? 9। 7 ਮੇਰੀਆਂ, 2 ਉਹਦੀਆਂ। ਉਹਦੀਆਂ 2 ਵੀ ਮੇਰੀਆਂ ਹੀ ਨੇ, ਤੇ ਮੇਰੀਆਂ 7 ਵੀ ਉਹਦੀਆਂ ਨੇ, ਕਿਉਂਕਿ ਇੱਕ ਹੋ ਗਏ। ਇਸ ਲਈ ਸਾਡੇ ਕੋਲ ਚੀਜ਼ਾਂ ਹੋ ਗਈਆਂ 9। ਤੇ ਮੰਨ ਲਓ ਮੇਰੇ ਕਾਰੋਬਾਰ ਵਿੱਚ ਘਾਟਾ ਪਿਆ ਜਾਂ ਕੁਝ ਹੋਇਆ, ਮੇਰੇ ਕੋਲ ਚੀਜ਼ਾਂ ਰਹਿ ਗਈਆਂ 6।
ਦੂਜੇ ਕੋਲ ਚਲੀਆਂ ਗਈਆਂ 3 ਬਰਾਬਰ 9। ਸਾਡੇ ਦੋਵਾਂ ਕੋਲ ਕੋਈ ਘਾਟਾ ਨਹੀਂ ਪਿਆ, 9 ਹੀ ਨੇ ਚੀਜ਼ਾਂ ਬਰਾਬਰ। ਮੇਰੇ ਕੋਲ ਚੀਜ਼ਾਂ ਰਹਿ ਗਈਆਂ 5, ਦੂਜੇ ਕੋਲ ਚਲੀਆਂ ਗਈਆਂ 4 ਬਰਾਬਰ 9, ਹਾਲੇ ਵੀ ਕੋਈ ਘਾਟਾ ਨਹੀਂ ਪਿਆ। ਮੇਰੇ ਕੋਲ ਚੀਜ਼ਾਂ ਰਹਿ ਗਈਆਂ 4, ਦੂਜੇ ਕੋਲ ਚਲੀਆਂ ਗਈਆਂ 5, ਸਾਡੇ ਕੋਲ ਫਿਰ ਵੀ 9 ਹੀ ਨੇ। ਮੇਰੇ ਕੋਲ ਚੀਜ਼ਾਂ ਰਹਿ ਗਈਆਂ 3, ਦੂਜੇ ਕੋਲ ਚਲੀਆਂ ਗਈਆਂ 6 ਬਰਾਬਰ 9। ਮੇਰੇ ਕੋਲ ਚੀਜ਼ਾਂ ਰਹਿ ਗਈਆਂ 2, ਦੂਜੇ ਕੋਲ ਚਲੀਆਂ ਗਈਆਂ 7, ਫਿਰ ਵੀ ਬਰਾਬਰ ਨੇ 9। ਮੇਰੇ ਕੋਲ ਚੀਜ਼ ਰਹਿ ਗਈ 1, ਦੂਜੇ ਕੋਲ ਆ ਗਈਆਂ 8, ਸਾਡੇ ਕੋਲ ਫਿਰ ਵੀ 9 ਹੀ ਨੇ। ਤੇ ਮੈਂ ਹੋ ਗਿਆ ਬੈਂਕ ਕਰਪਟ। ਮੇਰੇ ਕੋਲ ਰਹਿ ਗਿਆ 0, ਦੂਜੇ ਕੋਲ ਚੀਜ਼ਾਂ ਚਲੀਆਂ ਗਈਆਂ 9, 0 + 9 ਬਰਾਬਰ 9, ਫਿਰ ਵੀ ਸਾਡੇ ਕੋਲ 9 ਹੀ ਨੇ, ਕਿਉਂਕਿ ਅਸੀਂ ਦੋਵੇਂ ਇੱਕ ਹੋ ਗਏ ਨਾ, ਮੇਰੇ ਉਹਦੇ ਵਿੱਚ ਕੋਈ ਫਰਕ ਨਹੀਂ ਰਿਹਾ। ਇਹਨੂੰ ਕਹਿ ਸਕਦੇ ਹਾਂ ਅਸੀਂ ਦੋਸਤ। ਜਿੱਥੇ ਇਹ ਭਾਵਨਾ ਹੋਏਗੀ ਉੱਥੇ ਦੋਸਤੀ ਹੋਏਗੀ, ਉਹ ਸੱਚੀ ਦੋਸਤੀ ਹੋਏਗੀ, ਸੱਚੀ ਮਿੱਤਰਤਾ ਹੋਏਗੀ। ਤੇ ਜਿੱਥੇ ਅਸੀਂ ਕੁਝ ਲੁਕਾਵਾਂਗੇ ਉੱਥੇ ਦੋਸਤੀ ਨਹੀਂ ਰਹਿ ਜਾਣੀ। ਕੋਈ ਇਮੋਸ਼ਨਲ ਬਲੈਕਮੇਲਿੰਗ ਹੋ ਸਕਦੀ ਹੈ, ਧੋਖਾ ਹੋ ਸਕਦਾ ਹੈ, ਦੋਸਤੀ ਦੀ ਡਰਾਮੇਬਾਜ਼ੀ ਹੋ ਸਕਦੀ ਹੈ, ਬਹਿਰੂਪੀਏ ਵਾਲਾ ਕੰਮ ਹੋ ਸਕਦਾ ਹੈ, ਪਖੰਡ ਹੋ ਸਕਦਾ ਹੈ, ਦੋਸਤੀ ਨਹੀਂ ਹੈ। ਇਸ ਲਈ ਦੇਖੋ, ਸਾਨੂੰ ਸੱਚੀ ਦੋਸਤੀ, ਸੱਚੀ ਮਿੱਤਰਤਾ ਦਾ ਕਿੰਨਾ ਪਿਆਰਾ ਰਾਹ ਦੱਸਿਆ ਜਾ ਰਿਹਾ ਕਿ ਜਿਹੜੇ ਵੀ ਸਾਡੇ ਦੋਸਤ ਮਿੱਤਰ ਦਾ ਮਤਲਬ ਜੋ ਵੀ ਰਿਸ਼ਤੇਦਾਰ ਨੇ, ਯਾਰ ਦੋਸਤ ਨੇ, ਨਾਨਕੇ ਦਾਦਕੇ ਸਹੁਰੇ ਨੇ, ਮਿੱਤਰ ਦੋਸਤ ਨੇ, ਉਹਨਾਂ ਤੋਂ ਕੁਝ ਲੁਕਾ ਛਿਪਾ ਨਾ ਹੋਏ, ਕੁਝ ਐਸਾ ਨਾ ਹੋਵੇ ਕਿ ਜੋ ਤੁਹਾਨੂੰ ਲੁਕ ਕੇ ਕਰਨਾ ਪਵੇ, ਉਦੋਂ ਪ੍ਰੋਬਲਮ ਆਏਗੀ। ਮੰਨ ਲਓ ਕੋਈ ਮਾਂ ਆਪਣੇ ਬੱਚੇ ਨੂੰ ਕਹਿੰਦੀ ਹੈ ਬੇਟਾ ਇਹ ਗੱਲ ਡੈਡੀ ਨੂੰ ਨਾ ਦੱਸੀ, ਤਾਂ ਹੁਣ ਮਾਂ ਕੁਝ ਛੁਪਾ ਰਹੀ ਹੈ ਨਾ। ਭਈ ਜਿਹੜੀ ਡੈਡੀ ਨੂੰ ਨਹੀਂ ਦੱਸਣੀ ਉਹ ਕੰਮ ਕਰੋ ਹੀ ਨਾ, ਛੁਪਾਓ ਨਾ। ਹੁਣ ਬੱਚਾ ਛੁਪਾ ਲੇਗਾ। ਬੱਚੇ ਨੂੰ ਕਹਿ ਦਿੱਤਾ ਕਿ ਫਿਲਮ ਦੇਖ ਕੇ ਆਏ ਨੇ, ਮਾਂ ਪੁੱਤਰ ਬੇਟਾ ਡੈਡੀ ਨੂੰ ਨਾ ਦੱਸੀ ਅਸੀਂ ਫਿਲਮ ਦੇਖਣ ਗਏ ਸਾਂ, ਤੇ ਗਈ ਸੀ ਕਿਤੇ ਆਪਣੀ ਸਹੇਲੀ ਨਾਲ ਫਿਲਮ ਦੇਖ ਆਈ। ਬੱਚੇ ਨੇ ਵੀ ਕਿਹਾ ਨਹੀਂ ਦੱਸਤਾ। ਲੇਕਿਨ ਕੁਝ ਦਿਨ ਬਾਅਦ ਅਚਾਨਕ ਉਸ ਪਤਨੀ ਦੀ ਸਹੇਲੀ ਔਰ ਸਹੇਲੀ ਦਾ ਪਤੀ ਕਿਤੇ ਬਾਜ਼ਾਰ ਵਿੱਚ ਬੰਦੇ ਨੂੰ ਮਿਲ ਪਏ, ਤੇ ਉਹਦੀ ਸਹੇਲੀ ਨੇ ਗੱਲਬਾਤ ਕਰਦਾ ਅਚਨਚੇਤ ਹੀ ਕਹਿ ਦਿੱਤਾ ਕਿ ਵੀਰ ਜੀ ਉਦੋਂ ਮੈਂ ਤੇ ਭੈਣ ਫਿਲਮ ਦੇਖਣ ਆਏ ਸਾਂ, ਬੜਾ ਮਜ਼ਾ ਆਇਆ। ਹੁਣ ਪਤੀ ਨੂੰ ਪਤਾ ਲੱਗ ਗਿਆ, ਘਰ ਕਲੇਸ਼ ਪੈਗਾ ਨਾ। ਤਾਂ ਸੱਚੀ ਜਿੱਥੇ ਦੋਸਤੀ, ਮਿੱਤਰਤਾ, ਰਿਸ਼ਤੇਦਾਰੀ ਤਾਂ ਹੀ ਨਿਭੇਗੀ ਜੇ ਲੁਕਾ ਛਿਪਾ ਨਹੀਂ, ਕਿਉਂਕਿ ਲੁਕਾ ਛਿਪਾ ਨੇ ਛਿਪੇ ਰਹਿਣਾ ਨਹੀਂ, ਪਤਾ ਲੱਗ ਜਾਣਾ। ਅੰਦਰ ਬਹਿ ਕੇ ਪਾਪ ਕਮਾਵੇ ਸੋ ਚੌਕੁੰਡੀ ਜਾਣੀਏ। ਤੇ ਜਦੋਂ ਇਹਨਾਂ ਚੀਜ਼ਾਂ ਦਾ ਪਤਾ ਲੱਗੇਗਾ, ਰਿਸ਼ਤੇ, ਨਾਤੇ, ਯਾਰੀ, ਦੋਸਤੀ ਟੁੱਟੇਗੀ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਹੇੜਾ ਜਲੇ ਮਜੀਠ ਜਿਉ ਉੱਪਰ ਅੰਗਾਰਾਂ। ਜੇ ਮੈਂ ਆਏ ਹੋਏ ਸੱਜਣਾ ਤੋਂ ਕੁਛ ਲੁਕਾ ਕੇ ਰੱਖਾਂ ਤਾਂ ਮੈਂ ਦੁਖੀ ਹੁੰਦਾ ਹਾਂ, ਜਿਵੇਂ ਮਜੀਠ ਸੜਦਾ ਹੈ ਕੋਲਿਆਂ ਦੇ ਉੱਤੇ, ਇੰਨਾ ਦੁੱਖ ਪ੍ਰਤੀਤ ਕਰਦਾ। ਤਾਂ ਸਾਨੂੰ ਇੰਨਾ ਦੁੱਖ ਹੋਣਾ ਚਾਹੀਦਾ ਜਦੋਂ ਇੱਕ ਦੂਜੇ ਤੋਂ ਕੁਝ ਛੁਪਾਈਏ, ਪਰ ਸਾਨੂੰ ਹੁੰਦਾ ਨਹੀਂ ਨਾ। ਸਾਨੂੰ ਤੇ ਛੁਪਾ ਕੇ ਖੁਸ਼ੀ ਮਿਲਦੀ। ਇਸ ਲਈ ਸਾਨੂੰ ਇਥੋਂ ਜੀਣ ਵਾਸਤੇ ਕੀ ਚੀਜ਼ ਮਿਲ ਰਹੀ ਹੈ, ਇਹ ਸਾਡਾ ਜੋ ਮਿਲਵਰਤਨ ਹੈ ਉਹ ਪਾਰਦਰਸ਼ੀ ਹੋਣਾ ਚਾਹੀਦਾ, ਜਿਹਦੇ ਵਿੱਚ ਆਰ ਪਾਰ ਦੇਖਿਆ ਜਾ ਸਕੇ, ਜਿੱਥੇ ਕੋਈ ਹੇਰਾ ਫੇਰੀ, ਚੋਰ ਬਾਜ਼ਾਰੀ ਨਾ ਹੋਵੇ। ਉਹ ਜਿਹੜਾ ਪਾਰਦਰਸ਼ੀ ਮਿਲਵਰਤਨ ਹੈ ਉਹ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਦਾ ਕਾਰਨ ਬਣੇਗਾ। ਤੇ ਜਿਹੜਾ ਬੰਦਾ ਪਾਰਦਰਸ਼ੀ ਜ਼ਿੰਦਗੀ ਤੇ ਨਹੀਂ ਜੀ ਰਿਹਾ, ਪਰ ਮਾਲਾ ਫੇਰਦਾ ਹੈ, ਪਾਠ ਪੂਜਾ ਕਰਦਾ ਹੈ, ਤੀਰਥਾਂ ਤੇ ਨਹਾਉਂਦਾ ਹੈ, ਵਰਤ ਸਰਾਧ ਦੇ ਨਰਾਤੇ ਕਰਦਾ ਹੈ, ਸਮਾਧੀਆਂ ਲਾਉਂਦਾ ਹੈ, ਕੀ ਉਹ ਰੱਬ ਨੂੰ ਮਿਲੇਗਾ? ਤਾਂ ਪਾਰਦਰਸ਼ੀ ਮਿਲਵਰਤਨ ਹੋਣਾ ਚਾਹੀਦਾ ਹੈ, ਤਾਂ ਸਾਡੀ ਇਹ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਸਕਦੀ ਹੈ। ਅਗਲਾ ਬਚਨ ਕਰਦੇ ਨੇ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ, ਪੈਂਧਾ ਲੋੜੈ ਪੱਟ। ਇੱਥੇ ਕਿੱਕਰ ਦੇ ਰਾਰੇ ਨਾਲ ਸਿਹਾਰੀ ਹੈ,
ਇਹ ਫੀਮੇਲ ਜੈਂਡਰ, ਇਸਤਰੀਲਿੰਗ ਸ਼ਬਦ ਕਿੱਕਰ ਦਾ ਮਤਲਬ ਕਿਕਰੀਆਂ। ਬਿਜੌਰੀਆ ਲਿਖਿਆ ਨਾ, ਬਿਜੌਰੀਆ, ਤਾਂ ਇਹਨੂੰ ਬਿੰਦੀ ਲਾ ਕੇ ਪੜਾਂਗੇ ਬਿਜੌਰੀਆਂ। ਬਿਜੌਰੀਆਂ ਦਾ ਮਤਲਬ ਬਿਜੌਰ ਦਾ ਇਲਾਕਾ। ਇਹ ਇਲਾਕਾ ਪਠਾਣੀ ਦੇਸ਼ ਵਿੱਚ ਮਾਲਾਕੰਦ ਸਵਾਦ ਤੋਂ ਪਰੇ ਹੈ। ਦਾਖ ਦਾ ਮਤਲਬ ਛੋਟਾ ਅੰਗੂਰ, ਛੋਟਾ ਅੰਗੂਰ ਉਹਨੂੰ ਦਾਖਾਂ ਕਹਿ ਦਿੰਦੇ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਬੰਦਾ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ, ਉਸ ਜੱਟ ਕਿਸਾਨ ਵਰਗਾ ਹੈ ਜਿਹੜਾ ਬੀਜ ਤੇ ਕਿਕਰੀਆਂ ਦੇ ਬੀਜ ਦਾ ਹੈ। ਖੇਤ ਵਾਇਆ, ਪਾਣੀ ਦਿੱਤਾ, ਫਿਰ ਵਾਇਆ, ਸੁਹਾਗਾ ਫੇਰਿਆ, ਵੱਤਰ ਆਇਆ, ਤੇ ਬੀਜ ਦਿੱਤੇ ਕਿਕਰੀਆਂ ਦੇ। ਲੇਕਿਨ ਉਹਨਾਂ ਕਿਕਰੀਆਂ ਦੇ ਬੀਜ ਤੋਂ ਬਿਜੌਰ ਇਲਾਕੇ ਦੀਆਂ ਦਾਖਾਂ ਖਾਣੀਆਂ ਚਾਹੁੰਦਾ ਹੈ ਕਿ ਇਹਨਾਂ ਕਿਕਰੀਆਂ ਦੇ ਨਾਲ ਬਿਜੌਰ ਇਲਾਕੇ ਦੀਆਂ ਦਾਖਾਂ ਲੱਗਣ, ਛੋਟੇ ਮਿੱਠੇ ਅੰਗੂਰ। ਕਿਕਰੀਆਂ ਦੇ ਬੀਜ ਕੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਦੇ ਵੀ ਅਗਲੇ ਸਾਲ ਤੁਸੀਂ ਆਇਆ ਜੇ, ਮੈਂ ਕਿਕਰੀਆਂ ਦੇ ਬੀਜ ਦਿੱਤੇ ਨੇ, ਉਹਨਾਂ ਦੇ ਨਾਲ ਅੰਗੂਰ ਲੱਗਣਗੇ, ਆਪਾਂ ਨਾਲੇ ਅੰਗੂਰ ਖਾਵਾਂਗੇ, ਨਾਲੇ ਜੂਸ ਪੀਵਾਂਗੇ, ਨਾਲੇ ਤੁਹਾਨੂੰ ਪੇਟੀਆਂ 'ਚ ਬੰਦ ਕਰਕੇ ਘਰ ਲਿਜਾਣ ਲਈ ਦੇਵਾਂਗੇ। ਤੇ ਲੋਕ ਕਹਿਣਗੇ ਨਾ, ਬੇਵਕੂਫ ਇਨਸਾਨ, ਕਿਕਰੀਆਂ ਦੇ ਬੀਜ ਕਿਤੇ ਕਿਕਰੀਆਂ ਨਾਲ ਕਿਤੇ ਅੰਗੂਰ ਲੱਗੇ ਨੇ। ਤਾਂ ਸੱਚ ਦੇ ਨਾਲੋਂ ਟੁੱਟ ਕੇ ਬੰਦਾ ਸੁਖ ਭਾਲਦਾ ਹੋਵੇ, ਇਨਸਾਨੀਅਤ ਅੰਦਰ ਨਾ ਹੋਵੇ, ਬੀਜ ਹੈਵਾਨੀਅਤ ਦੇ ਬੀਜੇ ਹੋਣ, ਤੇ ਸੁਖ ਉਤੋਂ ਇਨਸਾਨੀਅਤ ਵਾਲਾ ਪਾਣਾ ਚਾਹੁੰਦਾ ਹੋਵੇ, ਕਰਮ ਮਾੜੇ ਹੋਣ ਲੇਕਿਨ ਮਿਲਣਾ ਰੱਬ ਨੂੰ ਚਾਹੁੰਦਾ ਹੋਵੇ, ਦੋਸਤਾਂ ਮਿੱਤਰਾਂ ਤੋਂ ਲੁਕਾ ਛਿਪਾ ਰੱਖਦਾ ਹੋਵੇ, ਪਰਿਵਾਰ ਵਿੱਚ ਚਾਹੁੰਦਾ ਸੁਖ ਹੋਵੇ, ਪਤੀ ਪਤਨੀ ਇੱਕ ਦੂਜੇ ਤੋਂ ਲੁਕਾ ਛਿਪਾ ਰੱਖ ਰਹੇ ਨੇ, ਮਾਂ-ਬਾਪ ਬੱਚੇ ਇੱਕ ਦੂਜੇ ਤੋਂ ਲੁਕਾ ਛਿਪਾ ਰੱਖ ਰਹੇ ਨੇ, ਤਾਂ ਔਰ ਚਾਹੁੰਦੇ ਨੇ ਸੁੱਖ ਕਿਵੇਂ ਪਾਲਣਗੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਉਹ ਬੰਦਾ ਜੋ ਸੱਚ ਨਾਲੋਂ ਟੁੱਟਿਆ ਹੋਇਆ ਹੈ, ਰੱਬੀ ਗੁਨਾਹ ਦੇ ਨਾਲੋਂ ਟੁੱਟ ਗਿਆ ਹੈ, ਉਹ ਤੇ ਉਸ ਜੱਟ ਕਿਸਾਨ ਵਰਗਾ ਹੈ ਜਿਹੜਾ ਕਿਕਰੀਆਂ ਦੇ ਬੀਜ ਕੇ ਉਹਨਾਂ ਤੋਂ ਅੰਗੂਰ ਖਾਣਾ ਚਾਹੁੰਦਾ ਹੈ, ਬਿਜੌਰ ਇਲਾਕੇ ਦੀਆਂ ਦਾਖਾਂ ਖਾਣੀਆਂ ਚਾਹੁੰਦਾ ਹੈ। ਤਾਂ ਇਹ ਇੰਪੋਸੀਬਲ ਹੈ। ਅੱਜ ਕੱਲ ਕਹਿੰਦੇ ਨੇ ਨਾ ਇੱਕ ਕਿ ਪਹਿਲੋਂ ਕੁੜੀਆਂ ਡਰਦੀਆਂ ਸਨ ਕਿ ਸੱਸ ਕਿਵੇਂ ਦੀ ਮਿਲੇਗੀ। ਅੱਜ ਤੋਂ 50-60 ਸਾਲ ਪਹਿਲਾਂ ਕੁੜੀਆਂ ਡਰਦੀਆਂ ਸਨ ਕਿ ਸੱਸ ਕਿਵੇਂ ਦੀ ਮਿਲੇਗੀ, ਤੇ ਅੱਜ ਕੱਲ ਸੱਸਾਂ ਡਰਦੀਆਂ ਨੇ ਨੂੰਹ ਕਿਵੇਂ ਦੀ ਮਿਲੇਗੀ। ਕਿਉਂ? ਕਿਹੜੀਆਂ ਸੱਸਾਂ ਨੇ ਭਲਾ, ਕਿਹੜੀਆਂ ਕੁੜੀਆਂ ਨੇ? ਉਹ ਹੀ ਸੱਸਾਂ ਨੇ ਜਿਹੜੀਆਂ 40-50 ਸਾਲ ਪਹਿਲਾਂ ਕੁੜੀਆਂ ਸਨ ਵੀ ਸੱਸ ਕਿਵੇਂ ਦੀ ਮਿਲੇਗੀ, ਉਹ ਹੀ ਡਰ ਰਹੀਆਂ ਨੇ ਵੀ ਨੂੰਹ ਕਿਵੇਂ ਦੀ ਮਿਲੇਗੀ। ਹੈ ਉਹ ਹੀ ਨੇ, ਵੱਖਰੀਆਂ ਨਹੀਂ ਕੋਈ। ਇਹ ਚੀਜ਼ ਸਮਝਣ ਵਾਲੀ ਬੜੇ ਗਜਬ ਦੀ। ਅਸੀਂ ਡਰਦੇ ਹਾਂ ਨਾ ਵੀ ਸੱਸ ਕਿਵੇਂ ਦੀ ਮਿਲੇਗੀ, ਤੇ ਹੁਣ ਅਸੀਂ ਵੀ ਡਰਦੇ ਹਾਂ ਵੀ ਨੂੰਹ ਕਿਵੇਂ ਦੀ ਮਿਲੇਗੀ। ਇਸ ਲਈ ਜ਼ਰੂਰਤ ਤੇ ਬੀਜ ਅਸੀਂ ਕੈਸੇ ਬੀਜ ਰਹੇ ਹਾਂ, ਫਲ ਤੇ ਉਹਨਾਂ ਦਾ ਮਿਲਣਾ ਹੈ। ਹੁਣ ਜੇ ਕੋਈ ਬੰਦਾ ਆਪਣੀ ਸੋਚ ਦੇ ਅੰਦਰ, ਵਿਹਾਰ ਵਿੱਚ, ਬੋਲਾਂ ਵਿੱਚ ਈਰਖਾ, ਦਵੇਸ਼, ਵੈਰ, ਵਿਰੋਧ, ਹੰਕਾਰ, ਗੈਰ ਇਨਸਾਨੀਅਤ, ਗੁੱਸਾ ਆਦਿਕ ਬੀਜ ਤੇ ਇਹ ਬੀਜੇ ਹੋਣ, ਤੇ ਇਹਨਾਂ ਬੀਜਾਂ ਦੇ ਇਵਜ ਵਿੱਚ ਚਾਹੇ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ, ਆਤਮਿਕ ਜ਼ਿੰਦਗੀ ਤਾਂ ਕਿਵੇਂ ਮਿਲੇਗੀ? ਨਹੀਂ ਮਿਲ ਸਕਦੀ। ਲੋੜ ਹੈ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ, ਹੰਢੈ ਉੱਨ ਕਤਾਏਂਦਾ ਪੈਂਦਾ ਲੋੜ ਹੈ ਪੱਟ। ਹੰਢੈ ਦਾ ਮਤਲਬ ਫਿਰਦਾ ਹੈ, ਇਹਨੂੰ ਹੰਢੇ ਨਹੀਂ ਪੜਨਾ, ਡੱਡਾ ਨਹੀਂ, ਟੱਡਾ ਹੰਢੈ, ਜਿਵੇਂ ਹਿੰਦੀ ਦਾ ਢੈ ਕਰਕੇ ਬੋਲ ਸਕਦੇ, ਹੰਢੈ। ਪੈਦਾ ਲੋੜੇ ਦਾ ਮਤਲਬ ਪਹਿਨਣਾ ਚਾਹੁੰਦਾ ਹੈ, ਸਾਰੀ ਉਮਰ ਉੱਨ ਕਤਾਂਦਾ ਫਿਰਦਾ ਹੈ। ਹੰਢੈ ਉੱਨ ਕਤਾਏਂਦਾ, ਭੇਡਾਂ ਦੀ ਉੱਨ, ਭੇਡਾਂ ਦੇ ਵਾਲ ਕੱਟੇ ਨੇ, ਉਸ ਉੱਨ ਨੂੰ ਕਤਾਇਆ ਹੈ, ਤੇ ਉੱਨ ਕਤਾ ਕੇ ਮਣ 2 ਮਣ ਉੱਨ ਲੈ ਕੇ ਤੇ ਜੁਲਾਹੇ ਵੀਰ ਦੀ ਖੱਡੀ ਤੇ ਗਿਆ ਹੈ, ਕਹਿੰਦਾ ਹੈ ਮੈਨੂੰ ਰੇਸ਼ਮ ਦੇ ਕੱਪੜੇ ਬਣਾ ਦੇ। ਭੇਡਾਂ ਦੀ ਉੱਨ ਸਾਰੀ ਉਮਰ ਉੱਨ ਮੁੰਨਦਾ ਰਿਹਾ, ਉੱਨ ਕੱਤਦਾ ਰਿਹਾ, ਤੇ ਜਾ ਕੇ ਖੱਡੀ ਵਾਲੇ ਨੂੰ ਕਵੇ ਕਿ ਮੈਨੂੰ ਰੇਸ਼ਮੀ ਕੱਪੜੇ ਬਣਾ ਦੇ, ਤਾਂ ਰੇਸ਼ਮੀ ਕੱਪੜੇ ਤੇ ਨਹੀਂ ਬਣ ਸਕਦੇ ਨਾ। ਹਾਂ ਠੀਕ, ਉਹਦਾ ਕੰਬਲ ਬਣ ਜਾਏਗਾ, ਗਰਮ ਕੱਪੜੇ ਬਣ ਜਾਣਗੇ, ਛਾਲ ਬਣ ਜਾਏਗਾ, ਲੋਈ ਬਣ ਜਾਏਗੀ,
ਪਰ ਰੇਸ਼ਮੀ ਕੱਪੜੇ ਤੇ ਨਹੀਂ ਬਣ ਸਕਦੇ ਨਾ। ਭੇਡਾਂ ਦੀਆਂ ਉਹਨਾਂ ਤੋਂ ਰੇਸ਼ਮੀ ਕੱਪੜੇ ਕਿਵੇਂ ਬਣਨਗੇ? ਇਹ ਮੂਰਖਤਾ ਹੈ ਨਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਇਸੇ ਤਰ੍ਹਾਂ ਸੱਚ ਨਾਲੋਂ ਟੁੱਟ ਕੇ, ਦਇਆ ਨਾਲੋਂ ਟੁੱਟ ਕੇ, ਰੱਬ ਨਾਲੋਂ ਟੁੱਟ ਕੇ, ਇਨਸਾਨੀਅਤ ਨਾਲੋਂ ਟੁੱਟ ਕੇ ਤੇ ਬੰਦਾ ਚਾਹੇ ਮੇਰੀ ਜ਼ਿੰਦਗੀ ਵਿੱਚ ਖੁਸ਼ੀ ਆਵੇ ਤਾਂ ਕਿਵੇਂ ਆਏਗੀ? ਬੋਲ ਮਾੜੇ ਹੋਣ, ਹੰਕਾਰ ਵਾਲੇ ਬੋਲ ਬੋਲਦਾ ਹੋਵੇ, ਗੁੱਸੇ ਵਾਲੇ ਬੋਲ ਬੋਲਦਾ ਹੋਵੇ ਤੇ ਆਸ ਇਹ ਰੱਖੇ ਕਿ ਲੋਕ ਮੈਨੂੰ ਕਦਰ ਕਰਨ, ਮੇਰਾ ਸਤਿਕਾਰ ਕਰਨ, ਤਾਂ ਸਤਿਕਾਰ ਕਿਵੇਂ ਮਿਲੇਗਾ? ਕੌੜੇ ਬੋਲਾਂ ਨਾਲ, ਹੰਕਾਰ ਵਾਲੇ ਬੋਲਾਂ ਨਾਲ ਕੋਈ ਸਤਿਕਾਰ ਨਹੀਂ ਦਿੰਦਾ। ਜੇ ਸਤਿਕਾਰ ਚਾਹੁੰਦੇ ਹੋ ਆਪਣੀ ਬੋਲ ਬਾਣੀ ਸੁਧਾਰੋ, ਸਤਿਕਾਰ ਚਾਹੁੰਦੇ ਹੋ ਆਪਣਾ ਵਿਹਾਰ ਸੁਧਾਰੋ, ਤਾਂ ਹੀ ਸਤਿਕਾਰ ਮਿਲੇਗਾ ਨਾ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੋਂ ਸਮਝਾ ਰਹੇ ਨੇ ਕਿ ਮਾੜੇ ਕਰਮ ਕਰਕੇ ਕਦੇ ਵੀ ਚੰਗੇ ਦੇ ਫਲ ਦੀ ਆਸ ਨਹੀਂ ਰੱਖਣੀ ਚਾਹੀਦੀ ਕਿ ਕਰੀਆਂ ਬੀਜੋਗੇ ਕੰਡੇ ਮਿਲਣਗੇ। ਉੱਨ ਕਤਾਓ, ਰੇਸ਼ਮੀ ਕੱਪੜੇ ਚਾਹੁੰਦੇ ਹੋ ਤੇ ਰੇਸ਼ਮ ਪੈਦਾ ਕਰੋ। ਜੇਕਰ ਬਿਜੌਰ ਇਲਾਕੇ ਦੀਆਂ ਦਾਖਾਂ ਖਾਣੀਆਂ ਚਾਹੁੰਦੇ ਹੋ ਤੇ ਬਿਜੌਰ ਇਲਾਕੇ ਦੀਆਂ ਦਾਖਾਂ ਬੀਜੋ। ਅੰਗੂਰ ਖਾਣਾ ਚਾਹੁੰਦੇ ਹੋ, ਅੰਗੂਰ ਦੀਆਂ ਵੱਲਾਂ ਲਗਾਓ ਤਾਂ ਅੰਗੂਰ ਮਿਲਣਗੇ। ਜੇ ਸੁੱਖ ਚਾਹੁੰਦੇ ਹੋ, ਸੱਚ ਦੇ ਨਾਲ ਜੁੜੋ, ਪਿਆਰ ਦੇ ਨਾਲ ਜੁੜੋ, ਇਨਸਾਨੀਅਤ ਨਾਲ ਜੁੜੋ, ਚੰਗੇ ਕਰਮ ਕਰੋਗੇ ਤੇ ਆਦਰ, ਮਾਨ, ਸਤਿਕਾਰ ਤੇ ਸੁੱਖ ਮਿਲੇਗਾ। ਅਗਲਾ ਬਚਨ ਬਾਬਾ ਫਰੀਦ ਜੀ ਕਰਦੇ ਨੇ, ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨਹੀਂ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੇ ਨਹੀਂ। ਗਲੀਏ, ਇਹ ਚਿੱਕੜ ਜਿਹੜਾ ਨਾ, ਚਿੱਕੜ ਚੱਚੇ ਤੇ ਅੱਧਕ ਲਾ ਕੇ ਬੋਲਾਂਗੇ ਚਿੱਕੜ। ਦੂਰ ਕਰ ਨਹੀਂ, ਘਰ ਹੈ, ਕਈ ਵਾਰੀ ਦੂਰ ਕਰ ਪੜ ਜਾਂਦੇ ਨੇ ਕਈ ਵੀਰ, ਤਾਂ ਘਰ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨਹੀਂ, ਇਹਨੂੰ ਨੇਹੂ ਨਹੀਂ ਪੜਨਾ, ਨਹੀਂ, ਕਿਉਂਕਿ ਇਹ ਇਕਵਚਨੀ ਸ਼ਬਦ ਹੈ। ਜਦੋਂ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਥੱਲੇ ਔਂਕੜ ਆਵੇ ਤਾਂ ਉਦੋਂ ਉਹਨੂੰ ਬੁਲਾਉਣਾ ਹੁੰਦਾ, ਨਾਉਨ ਦੇ ਥੱਲੇ ਨਹੀਂ। ਤਾਂ ਫਰੀਦ ਜੀ ਕਹਿੰਦੇ ਨੇ ਕਿ ਵਰਖਾ ਦੇ ਕਾਰਨ ਗਲੀ ਵਿੱਚ ਚਿੱਕੜ ਏ ਤੇ ਪਿਆਰੇ ਦਾ ਜਿਹੜਾ ਘਰ ਹੈ ਉਹ ਦੂਰ ਹੈ ਤੇ ਪਿਆਰੇ ਦੇ ਨਾਲ ਪਿਆਰ ਵੀ ਬਣਾਇਆ, ਮਿਲਣ ਦਾ ਵਾਅਦਾ ਕੀਤਾ ਸੀ, ਮਿਲਣ ਤੇ ਜੀ ਕਰ ਰਿਹਾ ਹੈ ਪਿਆਰੇ ਦੇ ਨਾਲ, ਸੱਜਣ ਮਿੱਤਰ ਦੇ ਨਾਲ, ਪਰ ਬਰਸਾਤ ਹੋ ਰਹੀ ਹੈ, ਚਿੱਕੜ ਗਲੀ ਵਿੱਚ, ਘਰ ਵੀ ਬੜੀ ਦੂਰ ਹੈ। ਤੇ ਪ੍ਰੋਬਲਮ ਇਹ ਹੈ, ਚੱਲਾਂ ਤਾਂ ਭਿੱਜੇ ਕੰਬਲੀ, ਇਹਨੂੰ ਚਲਾ ਨਹੀਂ ਪੜਨਾ, ਚਲਾ, ਚੱਲਾਂ, ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨਹੀਂ। ਹੁਣ ਜੇ ਮੈਂ ਪਿਆਰੇ ਨੂੰ ਮਿਲਣ ਵਾਸਤੇ ਜਾਂਦਾ ਹਾਂ ਤੇ ਮੇਰੀ ਕੰਬਲੀ ਭਿੱਜਦੀ ਹੈ, ਤੇ ਜੇ ਵਰਖਾ ਔਰ ਚਿੱਕੜ ਤੋਂ ਡਰਦਾ ਤੇ ਮੇਰਾ ਪਿਆਰੇ ਦੇ ਨਾਲੋਂ ਪਿਆਰ ਟੁੱਟਦਾ ਹੈ। ਕਿਸੇ ਸੱਜਣ ਮਿੱਤਰ ਨੂੰ ਮਿਲਣ ਜਾਣਾ ਹੈ, ਭੈਣ ਨੂੰ, ਭਰਾ ਨੂੰ, ਸੱਜਣ ਨੂੰ, ਦੋਸਤ ਨੂੰ, ਵਾਅਦਾ ਕੀਤਾ ਸੀ, ਮਿਲਣ ਜਾਣਾ ਸੀ, ਮਿਲਣ ਤੇ ਜੀ ਕਰਦਾ ਹੈ, ਪਰ ਹੁਣ ਚੱਕਰ ਇਹ ਹੈ ਕਿ ਬਰਸਾਤ ਹੋ ਰਹੀ ਹੈ ਤੇ ਨਾਲ ਚਿੱਕੜ ਹੈ ਤੇ ਘਰ ਵੀ ਬੜੀ ਦੂਰ ਹੈ। ਪ੍ਰੋਬਲਮ ਇਹ ਹੈ, ਤੁਰਦਾ ਹਾਂ ਤੇ ਕੰਬਲੀ ਭਿੱਜੇਗੀ ਮੀਂਹ ਦੇ ਵਿੱਚ, ਚਿੱਕੜ ਗਾਰੇ ਦੇ ਵਿੱਚ ਫਸਣਾ ਪਵੇਗਾ। ਤੇ ਦੂਜੀ ਗੱਲ ਇਹ ਹੈ ਕਿ ਜੇ ਨਹੀਂ ਚੱਲਦਾ ਤੇ ਫਿਰ ਉਹਦੇ ਨਾਲੋਂ ਪਿਆਰ ਟੁੱਟੇਗਾ। ਤੇ ਹੁਣ ਫੈਸਲਾ ਲੈ ਰਹੇ ਨੇ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੋ ਮਹਿ। ਭਿੱਜੋ ਸਿੱਜੋ ਦਾ ਮਤਲਬ ਭਿੱਜ ਜਾਏ, ਸਿੱਜੋ ਦਾ ਮਤਲਬ ਚੋਣ ਲੱਗ ਜਾਏ, ਚੰਗੀ ਤਰ੍ਹਾਂ ਭਿੱਜ ਜਾਏ। ਅੱਲਾਹ ਵਰਸੋ ਮਹਿ, ਅੱਲਾਹ ਕਰਕੇ, ਰੱਬ ਕਰਕੇ ਮੀਂਹ ਵੀ ਵਸਦਾ ਰਹੇ। ਹੁਣ ਇਹ ਚੀਜ਼ ਪਰ ਸਮਝ ਲੈਣਾ, ਤੇ ਕੋਈ ਤਕਲੀਫ ਆਉਂਦੀ ਹੈ ਤੇ ਆਵੇ, ਕੰਬਲੀ ਭਿੱਜਦੀ ਤੇ ਭਿੱਜੇ। ਅੱਲਾਹ ਵਰਸੋ ਮੀਂਹ ਦਾ ਮਤਲਬ ਬਰਸਾਤ ਹੁੰਦੀ ਤੇ ਹੁੰਦੀ ਰਹੇ, ਸਿਚੁਏਸ਼ਨ ਜੈਸੀ ਮਰਜ਼ੀ ਹੋਵੇ, ਚੰਗੀ ਮਾੜੀ ਸਿਚੁਏਸ਼ਨ ਕੈਸੀ ਵੀ ਹੋਵੇ, ਹਾਲਾਤ ਜੈਸੇ ਮਰਜ਼ੀ ਡਰਾਵਣੇ ਹੋਣ, ਭਿੱਜੋ ਸਿੱਜੋ ਕੰਬਲੀ, ਕੰਬਲੀ ਭਿੱਜਦੀ ਹੈ, ਭਿੱਜਦਾ ਹੈ, ਜਿਹੜੀ ਤਕਲੀਫ ਆਉਂਦੀ ਹੈ ਆਵੇ। ਜਾਏ ਮਿਲਾਂ ਤੇ ਨਾ ਸੱਜਣਾ, ਪਰ ਮੈਂ ਆਪਣੇ ਸੱਜਣਾ ਨੂੰ ਜਾ ਕੇ ਜ਼ਰੂਰ ਮਿਲਾਂਗਾ। ਟੁੱਟੋ ਨਾ ਹੀ ਨੇਹ, ਮੇਰਾ ਪਿਆਰ ਨਾ ਟੁੱਟ ਜਾਏ। ਤਾਂ ਇੱਥੇ ਪਿਆਰ ਦੀ ਇੱਕ ਸ਼ਰਤ ਦਰਸਾਈ ਜਾ ਰਹੀ ਹੈ, ਤਿਆਗ। ਤੇ ਇਹ ਚੀਜ਼ ਨੂੰ ਮਾਮੂਲੀ ਨਾ ਸਮਝਣਾ, ਇੱਥੋਂ ਤੁਹਾਨੂੰ ਪਿਆਰ ਦੀ ਸਮਝ ਆਏਗੀ
ਕਿ ਵਾਸਤਵ ਦੇ ਅੰਦਰ ਪਿਆਰ ਕੀ ਹੈ, ਜਿਹਨੂੰ ਅਸੀਂ ਆ ਕਹਿੰਦੇ ਫਿਰ ਨਾ ਆਈ ਲਵ ਯੂ, ਫੂਕ ਨਿਕਲ ਜਾਂਦੀ ਹੈ ਆਈ ਲਵ ਯੂ ਦੀ, ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ। ਸਾਰੇ ਡਰਾਮੇ ਪ੍ਰਗਟ ਹੋ ਜਾਂਦੇ ਨੇ ਜਦੋਂ ਅਸੀਂ ਇਸ ਪਾਵਨ ਸਲੋਕ ਦੇ ਬੇਸ ਦੇ ਉੱਤੇ ਪਿਆਰ ਨੂੰ ਪਰਖਦੇ ਹਾਂ। ਹੁਣ ਦੇਖੋ, ਭਿੱਜੋ ਸਿੱਜੋ ਕੰਬਲੀ ਔਰ ਅੱਲਾ ਵਰਸੋ ਮੈਂ ਕੀ ਹੈ। ਮੀਰ ਮੰਨੂ ਦੇ ਜੇਲ੍ਹ ਦੇ ਅੰਦਰ ਕੁਛ ਨੌਜਵਾਨ ਬੱਚੀਆਂ ਨੇ, ਬਜ਼ੁਰਗ ਮਾਤਾਵਾਂ ਨੇ, ਮਾਸੂਮ ਬੱਚੇ ਨੇ, ਤੇ ਉਹਨਾਂ ਨੌਜਵਾਨ ਬੱਚੀਆਂ ਤੇ ਬਜ਼ੁਰਗ ਮਾਤਾਵਾਂ ਨੂੰ ਸਵਾ ਮਣ ਕਣਕ ਆਦਿਕ ਦਾਣੇ ਪੀਸਣ ਵਾਸਤੇ ਦਿੱਤੇ ਗਏ ਨੇ। ਹੁਣ ਸਵਾ ਮਣ ਕਣਕ ਪੀਣੀ ਬਹੁਤ ਔਖੀ ਹੈ। ਤੇ ਵੱਲਾ ਵਰਸੋਂ ਮੇ ਇਹ ਹੈ ਕਿ ਗਰਮੀ ਦਾ ਮੌਸਮ ਹੈ, ਸੂਰਜ ਤਪ ਰਿਹਾ ਹੈ, ਖਾਣ ਵਾਸਤੇ ਇੱਕ ਅੱਧਾ ਪ੍ਰਸ਼ਾਦਾ ਤੇ ਗਲਾਸ ਪਾਣੀ ਦਾ ਦਿੱਤਾ ਹੈ। ਮਾਸੂਮ ਬੱਚੇ ਧੁੱਪ ਵਿੱਚ ਤੜਪ ਰਹੇ ਨੇ, ਵਿਰਲਾ ਕਰ ਰਹੇ ਨੇ, ਖਾਣ ਪੀਣ ਵਾਸਤੇ ਕੁਛ ਨਹੀਂ, ਤੇ ਸਵਾ ਮਣ ਦਾ ਪੀਸਾ ਜਾ ਰਿਹਾ ਹੈ। ਇਹ ਸਿਚੁਏਸ਼ਨ ਹੈ, ਇਹ ਸਿਚੁਏਸ਼ਨ ਹੈ। ਤੇ ਪਿਆਰੇ ਦੇ ਨਾਲ ਪਿਆਰ ਹੈ, ਗੁਰੂ ਨਾਲ ਪਿਆਰ ਹੈ, ਸੱਚ ਨਾਲ ਪਿਆਰ ਹੈ, ਸੱਚ ਦੇ ਨਾਲ ਜੁੜੀਆਂ ਨੇ। ਤੇ ਭਿੱਜੋ ਸਿੱਜੋ ਕੰਬਲੀ ਕੀ ਹੈ, ਕੁਛ ਜਲਾਦ ਆਉਂਦੇ ਨੇ ਕਿ ਆ ਕੇ ਕਹਿੰਦੇ ਨੇ ਕੁੜੀਓ ਬੀਬੀਓ ਤੁਸੀਂ ਛੱਡ ਦਿਓ ਐ ਸਿੱਖੀ ਨੂੰ, ਸੱਚ ਨੂੰ, ਤੁਸੀਂ ਮੁਸਲਮਾਨਾਂ ਨਾਲ ਵਿਆਹ ਕਰਾ ਲਓ, ਬੇਗਮਾਂ ਬਣ ਜਾਓਗੀਆਂ, ਤੁਹਾਡੇ ਆ ਬੱਚੇ ਰਾਜੇ ਬਾਦਸ਼ਾਹ ਬਣ ਜਾਣਗੇ, ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਬਾਦਸ਼ਾਹ ਹੋਣਗੀਆਂ। ਉਹ ਕਹਿੰਦੀਆਂ ਨੇ ਨਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਦਸ਼ਾਹੀ ਨੂੰ, ਲਾਲਚ ਨੂੰ ਜੁੱਤੀ ਦੀ ਨੋਕ ਤੇ ਠੁਕਰਾ ਦਿੰਦੀਆਂ ਨੇ, ਕਿਉਂਕਿ ਪਿਆਰੇ ਨਾਲ ਪਿਆਰ ਹੈ ਨਾ, ਸੱਚ ਨਾਲ, ਗੁਰੂ ਨਾਲ। ਤੇ ਭਿੱਜੋ ਸਿੱਜੋ ਕੰਬਲੀ ਕੀ ਹੈ, ਜਲਾਦ ਇੱਕ ਮਾਂ ਦੀ ਗੋਦ ਦੇ ਵਿੱਚੋਂ ਕੋਈ 6 ਮਹੀਨੇ ਦਾ ਬੱਚਾ ਬੜੀ ਬੇਦਰਦੀ ਨਾਲ ਖੁੰਦਾ ਹੈ, ਉਹਨੂੰ ਆਕਾਸ਼ ਵੱਲ ਸੁੱਟਦਾ ਹੈ, ਡਿੱਗਦੇ ਬੱਚੇ ਦੇ ਥੱਲੇ ਨੇਜਾ ਕਰ ਦਿੰਦਾ ਹੈ, ਨੇਜਾ ਬੱਚੇ ਦੀ ਕਮਰ ਵਿੱਚ ਵੱਜ ਕੇ ਢਿੱਡ ਚੋਂ ਪਾਰ ਹੋ ਜਾਂਦਾ ਹੈ, ਖੂਨ ਦੇ ਫੁਹਾਰੇ ਚੱਲਦੇ ਨੇ, ਬੱਚੇ ਦੀਆਂ ਡਾਡਾਂ ਨਿਕਲ ਜਾਂਦੀਆਂ ਨੇ, ਚੀਕਦਾ ਬੱਚਾ ਮਾਂ ਦੀ ਗੋਦ ਵਿੱਚ ਰੱਖ ਦਿੱਤਾ ਜਾਂਦਾ ਹੈ, ਤੇ ਮਾਂ ਕਹਿੰਦੀ ਹੈ ਤੇਰਾ ਕੀਆ ਮਿੱਠਾ ਲੱਗ ਗਿਆ। ਬੜੀ ਬੇਦਰਦੀ ਦੇ ਨਾਲ ਇੱਕ ਜਲਾਦ ਸਾਲ 1.5 ਸਾਲ ਦੇ ਬੱਚੇ ਨੂੰ ਮਾਂ ਦੀ ਗੋਦ ਚੋਂ ਖੁੰਦਾ ਹੈ, ਲੱਤੋਂ ਫੜ ਪਟਕਾ ਕੇ ਮਾਰਦਾ ਹੈ, ਛਾਤੀ ਤੇ ਪੈਰ ਧਰ ਗੋਡਾ ਰੱਖਦਾ ਹੈ, ਟੋਕਾ ਚਲਾਉਂਦਾ ਹੈ, ਬੱਚੇ ਦੇ ਪੈਰ ਕੱਟੇ ਜਾਂਦੇ ਨੇ, ਖੂਨ ਦੇ ਫੁਹਾਰੇ ਨਿਕਲਦੇ ਨੇ, ਬੱਚੇ ਦੀਆਂ ਡਾਡਾਂ ਨਿਕਲਦੀਆਂ ਨੇ, ਦੂਜਾ ਟੋਕਾ, ਤੀਜਾ, ਅਖੀਰ ਦੇ ਵਿੱਚ ਗਰਦਨ ਕੱਟਦਾ ਹੈ, ਤੇ ਉਹ ਬੱਚੇ ਦੇ ਹੋਏ ਜਿਹੜੇ ਟੁਕੜੇ ਨੇ ਉਹਨਾਂ ਦਾ ਹਾਰ ਬਣਾ ਕੇ ਮਾਂ ਦੇ ਗਲੇ ਵਿੱਚ ਪਾ ਦਿੰਦਾ ਹੈ, ਤੇ ਮਾਂ ਕਹਿੰਦੀ ਹੈ ਤੇਰਾ ਕੀਆ ਮਿੱਠਾ ਲੱਗੇ। ਇਹਨੂੰ ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ। ਅੱਲਾ ਵਰਸੋ ਮਹਿ ਜਾਏ ਮਿਲਾਂ ਤੇ ਨਾ ਸੱਜਣਾ, ਟੁੱਟੋ ਨਾ ਹੀ ਨਹੀਂ, ਪਿਆਰ ਨਾ ਟੁੱਟੇ। ਤਿਆਗ ਜਿਹੜੇ ਤੁਹਾਨੂੰ ਜਾਂ ਮੈਨੂੰ ਕਹਿ ਰਹੇ ਨੇ, ਜਾਂ ਅਸੀਂ ਜਿਨ੍ਹਾਂ ਨੂੰ ਕਹਿ ਰਹੇ ਹਾਂ ਆਈ ਲਵ ਯੂ, ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ, ਕੀ ਤੁਹਾਡੇ ਵਾਸਤੇ ਕੋਈ ਆਪਣੇ ਬੱਚੇ ਮਰਵਾ ਸਕਦਾ ਹੈ ਜੀ? ਸੱਚ ਦੱਸਿਓ, ਨਹੀਂ ਨਾ। ਤੇ ਕੀ ਇਹ ਵੀ ਇਮਾਨਦਾਰੀ ਨਾਲ ਦੱਸਿਓ ਵੀ ਕੀ ਅਸੀਂ ਆਪਣੇ ਕਿਸੇ ਯਾਰ ਦੋਸਤ ਵਾਸਤੇ ਆਪਣੇ ਬੱਚੇ ਮਰਵਾ ਸਕਦੇ ਹਾਂ? ਹੈ ਨਾ ਪ੍ਰੋਬਲਮ। ਹੁਣ ਗੁਰੂ ਜੀ ਵੱਲ ਦੇਖੋ, ਗੁਰੂ ਦੀ ਬਾਣੀ ਵਿੱਚ ਕਹਿੰਦੇ ਨੇ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਗੁਰੂ ਆਪਣੇ ਸਿੱਖ ਨੂੰ ਜਿੰਦ ਜਾਨ ਜਿੰਨਾ ਪਿਆਰ ਕਰਦਾ ਹੈ, ਤੇ ਜੇ ਜਿੰਦ ਜਾਨ ਜਿੰਨਾ ਪਿਆਰ ਕਰਦਾ ਤੇ ਸਿੱਖ ਨੂੰ ਸੁੱਖ ਦੇਣ ਵਾਸਤੇ ਆਪ ਤੱਤੀ ਤਵੀ ਤੇ ਵੀ ਬਹਿ ਜਾਂਦਾ ਹੈ, ਆਪ ਚਾਂਦਨੀ ਚੌਕ ਵਿੱਚ ਸ਼ੀਸ਼ ਵੀ ਲਵਾ ਲੈਂਦਾ ਹੈ, ਆਪ ਆਪਣੇ 4 ਪੁੱਤਰ ਵੀ ਸਿੱਖ ਵਾਸਤੇ ਵਾਰ ਦਿੰਦਾ ਹੈ। ਤੇ ਜੇ ਸਿੱਖ ਨੇ ਗੁਰੂ ਦੇ ਨਾਲ ਪਿਆਰ ਕੀਤਾ ਤੇ ਸਿੱਖ ਨੇ ਵੀ ਆਪਣਾ ਆਪਾ ਵਾਰ ਦਿੱਤਾ ਨਾ। ਇਹਨੂੰ ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੋ ਮਹਿ ਜਾਏ ਮਿਲਾਂ ਤੇ ਨਾ ਸੱਜਣਾ, ਟੁੱਟੋ ਨਾ ਹੀ ਨਹਿ। ਕਿੰਨੀਆਂ ਵੀ ਦੁੱਖ ਔਰ ਤਕਲੀਫਾਂ ਆ ਜਾਣ, ਲੇਕਿਨ ਮੈਂ ਆਪਣੇ ਸੱਜਣ ਨੂੰ ਜਾ ਕੇ ਜ਼ਰੂਰ ਮਿਲਾਂਗਾ, ਮੇਰਾ ਪਿਆਰ ਨਾ ਟੁੱਟ ਜਾਏ। ਇਹਨੂੰ ਕਹਿੰਦੇ ਨੇ ਪਿਆਰ। ਇਹ ਹੈ ਸਾਚੀ ਪ੍ਰੀਤ, ਤੇ ਜਿਹਦੇ ਅੰਦਰ ਇਹ ਪ੍ਰੀਤ ਪੈਦਾ ਹੋ ਜਾਂਦੀ ਉਹ ਰੱਬ ਵਰਗਾ ਹੋ ਜਾਂਦਾ ਹੈ। ਤੇ ਜੇਕਰ ਇਹ ਗੱਲਾਂ ਨਹੀਂ ਹਨ, ਜਿਵੇਂ ਆਪਾਂ ਪਹਿਲਾਂ ਵਿਚਾਰਿਆ, ਜੇ ਮੈਂ ਹੁੰਦਾ ਵਾਰਿਆ, ਜੇ ਕੁਛ ਲੁਕਾ ਛਿਪਾਇਆ ਤੇ ਮਿੱਤਰਤਾ ਝੂਠੀ ਹੈ। ਤੇ ਜੇ ਅਸੀਂ ਮਿੱਤਰਤਾ ਦੇ ਅੰਦਰ ਤਿਆਗ ਨਹੀਂ ਕਰ ਸਕਦੇ ਥੋੜਾ ਬਹੁਤਾ ਵੀ, ਤਾਂ ਫਿਰ ਮਿੱਤਰਤਾ ਇੱਕ ਡਰਾਮਾ ਹੈ। ਇਸੇ ਨੂੰ ਇਸੇ ਕਰਕੇ ਬਾਣੀ ਵਿੱਚ ਕਿਹਾ ਗਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਨਹੀਂ। ਝੂਠੀ ਪ੍ਰੀਤ ਹੈ।
ਅਸੀਂ ਤੇ ਸਵਾ ਦੇ ਪਤਾਸੇ ਵੀ ਤਾਂ ਚੜਾਉਂਦੇ ਹਾਂ ਸਾਡੀ ਲੱਖ ਲਾਟਰੀ ਪਹਿਲਾਂ ਨਿਕਲੇ। ਤਾਂ ਇਹ ਹੈ ਪ੍ਰੀਤ, ਇਹ ਹੈ ਪਿਆਰ। ਸੱਚ ਵਾਸਤੇ ਆਪਣਾ ਆਪਾ ਵੀ ਕੁਰਬਾਨ ਕਰਨਾ ਪੈਂਦਾ ਹੈ। ਤੇ ਜਿਹਦੇ ਅੰਦਰ ਇਹ ਪ੍ਰੀਤ ਪੈਦਾ ਹੋ ਜਾਂਦੀ ਹੈ ਉਹ ਫਿਰ ਰੱਬ ਨੂੰ ਪਾ ਲੈਂਦਾ, ਰੱਬ ਵਰਗਾ ਹੀ ਹੋ ਜਾਂਦਾ ਹੈ। ਤਾਂ ਇੱਥੇ ਸਾਡੀ ਆਪਸੀ ਜਿਹੜੀ ਰੱਬ ਦੀ ਪ੍ਰੀਤ ਤਾਂ ਹੈ ਹੀ ਹੈ, ਇੱਥੇ ਸਾਡੀ ਆਪਸੀ ਪ੍ਰੀਤ ਵੀ ਇਸ ਟਾਈਪ ਦੀ ਹੋਣੀ ਚਾਹੀਦੀ ਕਿ ਅਸੀਂ ਆਪਣੇ ਇੱਕ ਦੂਜੇ ਵਾਸਤੇ ਕੁਝ ਕੁਰਬਾਨੀ ਤਾਂ ਕਰ ਸਕੀਏ। ਕੁਰਬਾਨੀ ਦਾ ਮਤਲਬ ਜ਼ਰੂਰੀ ਨਹੀਂ ਕਿ ਅਸੀਂ ਸਿਰ ਹੀ ਲਵਾਉਣਾ ਜਾ ਕੇ ਜਾਂ ਬੱਚੇ ਹੀ ਮਰਵਾਣੇ ਨੇ। ਗੱਲ ਇਹ ਨਹੀਂ, ਗੱਲ ਤਿਆਗ ਦੀ ਹੈ। ਤੁਸੀਂ ਆਪਣਾ ਟਾਈਮ ਕਿਸੇ ਨੂੰ ਦਿੰਦੇ ਹੋ ਤੇ ਤੁਸੀਂ ਟਾਈਮ ਦਾ ਤਿਆਗ ਕੀਤਾ ਹੈ। ਕਿਤੇ ਤੁਸੀਂ ਮਾਇਆ ਦੀ ਹੈਲਪ ਕਿਸੇ ਦੀ ਕੀਤੀ ਤਾਂ ਤਿਆਗ ਕੀਤਾ ਹੈ ਨਾ। ਤਾਂ ਕੁਛ ਨਾ ਕੁਛ ਤਿਆਗ, ਸਮਰਪਣ ਔਰ ਪਾਰਦਰਸ਼ੀ ਮਿਲਵਰਤਨ ਤੇ ਤਿਆਗ ਦੀ ਭਾਵਨਾ, ਜਿੱਥੇ ਇਹ ਚੀਜ਼ਾਂ ਲਾਗੂ ਨੇ ਉੱਥੇ ਪ੍ਰੇਮ ਹੈ। ਇਸ ਲਈ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਪਿਆਰਿਓ, ਪਿਆਰ ਦੇ ਵਾਸਤੇ, ਸੱਚ ਵਾਸਤੇ ਆਪਣਾ ਆਪਾ ਕੁਰਬਾਨ ਕਰਨਾ ਪਵੇਗਾ, ਤਾਂ ਸੱਚ ਦੇ ਨਾਲ ਜੁੜ ਸਕੋਗੇ। ਹੁਣ ਲੋਕ ਸੱਚ ਕਿਉਂ ਨਹੀਂ ਬੋਲਦੇ? ਉਹਦਾ ਰੀਜ਼ਨ ਹੈ ਕਿ ਸੱਚ ਵਾਸਤੇ ਤਿਆਗ ਕਰਨਾ ਪੈਂਦਾ ਹੈ। ਲੇਕਿਨ ਅਸੀਂ ਸੱਚ ਦੇ ਬਦਲੇ ਕੁਛ ਨਾ ਕੁਛ ਮੰਗਦੇ ਹਾਂ। ਦੇਖੋ, ਸੱਚ ਬੋਲਣ ਵਾਸਤੇ ਜੇ ਤੁਸੀਂ ਕਹੋ ਕਿ ਤੁਹਾਡੇ ਗਲ ਵਿੱਚ ਫੁੱਲਾਂ ਦੇ ਹਾਰ ਪੈਣ, ਤੇ ਹੋ ਸਕਦਾ ਨਾ ਪੈਣ, ਕਿਉਂਕਿ ਸੱਚ ਨੂੰ ਸਤਿਕਾਰ ਦੇਣ ਵਾਲੇ ਘੱਟ ਨੇ। ਸੱਚ ਬੋਲਣ ਵਾਲੇ ਨੂੰ ਤੇ ਤੱਤੀਆਂ ਤਵੀਆਂ ਤੇ ਬਹਿਣਾ ਪੈਂਦਾ ਹੈ। ਸੱਚ ਬੋਲਣ ਵਾਲੇ ਨੂੰ ਤੇ ਚਾਂਦਨੀ ਚੌਕ ਵਿੱਚ ਸ਼ੀਸ਼ ਲੁਹਾਉਣਾ ਪੈਂਦਾ ਹੈ। ਸੱਚ ਬੋਲਣ ਵਾਲੇ ਦਾ ਤੇ ਸੀਸ ਔਰ ਧੜ ਦਾ ਸੰਸਕਾਰ ਵੀ ਅਲੱਗ-ਅਲੱਗ ਥਾਵਾਂ ਤੇ ਹੁੰਦਾ ਹੈ। ਸੱਚ ਬੋਲਣ ਵਾਲੇ ਨੂੰ ਤੇ ਆਪਣੇ ਬੱਚੇ ਵੀ ਨੀਹਾਂ ਵਿੱਚ ਚਿਣਾਉਣੇ ਪੈਂਦੇ ਨੇ। ਸੱਚ ਬੋਲਣ ਵਾਲੇ ਨੂੰ ਤੇ ਆਪਣੇ ਬੱਚੇ ਦਾ ਕਲੇਜਾ ਮੂੰਹ ਵਿੱਚ ਪਾਉਣਾ ਪੈ ਰਿਹਾ ਹੈ। ਇਸ ਲਈ ਸੱਚ ਤਾਂ ਹੀ ਨਹੀਂ ਇਸ ਦੁਨੀਆ ਵਿੱਚ ਲੋਕ ਬੋਲਦੇ, ਕਿਉਂਕਿ ਕੁਛ ਤਿਆਗ ਕਰਨਾ ਹੁੰਦਾ ਹੈ ਨਾ। ਸੱਚ ਵਾਸਤੇ ਕੁਛ ਤੇ ਤਿਆਗਣਾ ਪਵੇਗਾ, ਚਾਹੇ ਉਹ ਪੈਸਾ ਹੈ, ਟਾਈਮ ਹੈ, ਮਾਨ ਸਤਿਕਾਰ ਹੈ। ਹੋ ਸਕਦਾ ਹੈ ਤੁਸੀਂ ਸੱਚ ਬੋਲੋ ਤੇ ਤੁਹਾਨੂੰ ਫਾਈਨੈਂਸ਼ੀਅਲੀ ਪ੍ਰੋਬਲਮ ਆਵੇ। ਹੋ ਸਕਦਾ ਹੈ ਤੁਸੀਂ ਸੱਚ ਬੋਲੋ ਤੇ ਤੁਹਾਡਾ ਸਮਾਜ ਦੇ ਵਿੱਚੋਂ ਬਹੁਤ ਸਾਰੇ ਰਿਸ਼ਤੇਦਾਰ, ਸੱਜਣ ਮਿੱਤਰ ਹੀ ਤੁਹਾਡਾ ਸਾਥ ਛੱਡ ਜਾਣ। ਤੇ ਜਿਹੜਾ ਇਹਨਾਂ ਚੀਜ਼ਾਂ ਦੀ ਪਰਵਾਹ ਕਰਨ ਤੋਂ ਬਿਨਾਂ ਉਤਾਂ ਉੱਠ ਜਾਂਦਾ ਹੈ, ਉਹ ਫਿਰ ਸੱਚ ਨਿਭਾ ਜਾਂਦਾ ਹੈ। ਇਸ ਲਈ ਇੱਥੇ ਸਾਨੂੰ ਜੋ ਚੀਜ਼ ਸਮਝਾਈ ਜਾ ਰਹੀ ਹੈ, ਸੱਚੀ ਪ੍ਰੀਤ ਦੀ ਗੱਲ ਹੈ। ਪਿਛਲੇ ਸ਼ਲੋਕ ਵਿੱਚ ਅਸੀਂ ਵਿਚਾਰਿਆ ਹੈ ਕਿ ਜੰਗਲਾਂ ਵਿੱਚ ਵਿਚਰਨ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਰੱਬ ਸਰਬ ਵਿਆਪਕ ਹੈ। ਦੂਜੀ ਗੱਲ ਸਾਨੂੰ ਸਮਝਾਈ ਗਈ ਹੈ ਕਿ ਸਾਡੇ ਕੀਤੇ ਕੰਮਾਂ ਦਾ ਜਿਹੜਾ ਫਲ ਹੈ ਉਹ ਸਾਨੂੰ ਐਸੇ ਜ਼ਿੰਦਗੀ ਦੇ ਵਿੱਚ ਮਿਲਣਾ ਹੈ। ਜੇ ਕਿਕਰੀਆਂ ਦੇ ਬੀਜ ਬੀਜੋਗੇ ਤੇ ਉੱਥੋਂ ਬਿਜੋਰ ਇਲਾਕੇ ਦੀਆਂ ਦਾਖਾਂ ਨਹੀਂ ਖਾਧੀਆਂ ਜਾਣੀਆਂ। ਸਾਨੂੰ ਸਮਝਾਇਆ ਹੈ ਕਿ ਸਾਡਾ ਮਿਲਵਰਤਨ ਪਾਰਦਰਸ਼ੀ ਹੋਣਾ ਚਾਹੀਦਾ ਹੈ। ਘਰ ਪਰਿਵਾਰ ਦੇ ਵਿੱਚ ਕੋਈ ਐਸੇ ਕਰਮ ਨਾ ਕਰੋ ਜੋ ਤੁਹਾਨੂੰ ਛਿਪ ਕੇ ਕਰਨੇ ਪੈਂਦੇ ਨੇ ਸਮਾਜ ਅੰਦਰ, ਕਿਉਂਕਿ ਉਹ ਸਾਰੇ ਪਾਪ ਕਰਮ ਨੇ। ਅਗਲੀ ਗੱਲ ਸਾਨੂੰ ਸਮਝਾਈ ਜਾ ਰਹੀ ਹੈ ਕਿ ਅਸੀਂ ਤਿਆਗ ਸਿੱਖਣਾ ਹੈ, ਸੱਚ ਦੇ ਨਾਲ ਜੁੜਿਆ। ਬਾਕੀ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਤਿਆਗ ਕਰਨਾ ਪਵੇਗਾ, ਦੁੱਖ ਉਠਾਣੇ ਪੈ ਸਕਦੇ ਨੇ, ਤਾਂ ਹੀ ਤੁਸੀਂ ਸੱਚ ਦੇ ਨਾਲ ਜੁੜ ਕੇ ਉੱਚੇ ਔਰ ਮਹਾਨ ਹੋ ਸਕਦੇ ਹੋ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਹੁਣ ਅੱਜ ਤੋਂ ਜੋ ਸ਼ਲੋਕਾਂ ਦੀ ਵਿਚਾਰ ਕੀਤੀ ਹੈ, ਜੇ ਕਿਸੇ ਵੀਰ ਭੈਣ ਨੇ ਇਹਦੇ ਬਾਰੇ ਸਵਾਲ ਪੁੱਛਣਾ ਹੋਵੇ ਤਾਂ ਉਹ ਆਪ ਸਵਾਲ ਪੁੱਛ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣਾ ਵਿਚਾਰ ਦੇਣੇ ਨੇ ਤੇ ਉਹ ਆਪਣੇ ਵਿਚਾਰ ਦੇ ਸਕਦੇ ਹੋ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਲਾਸ ਦੀ ਕਾਰਵਾਈ ਉਹ ਕਰਨਗੇ। ਉਹਨਾਂ ਨੂੰ ਬਾਰ-ਬਾਰ ਨਾ ਕਹਿਣਾ ਪਿਆ ਕਰੇ ਕਿ ਤੁਸੀਂ ਅਨਮਿਊਟ ਹੋ ਜਾਓ। ਜਿਨ੍ਹਾਂ ਨੇ ਕੋਈ ਸਵਾਲ ਪੁੱਛਣੇ ਨੇ ਜਾਂ ਆਪਣੇ ਵਿਚਾਰ ਦੇਣੇ ਨੇ ਉਹ ਅਨਮਿਊਟ ਹੋ ਜਾਓ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਤੇ ਜੋ ਫੇਸਬੁੱਕ ਤੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮਾਨ ਆਦਰ ਦੇਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ